ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਹਉ ਵਾਰ ਵਾਰ ਜਾਉ ਗੁਰ ਬਲਿਹਾਰ। ਗੁਰਪੂਰਾ ਭੇਟਿਓ ਵੱਡ ਭਾਗੀ ਮਨੇ ਪਿਆ ਪਰਗਾਸਾ। ਕੋਇ ਨਾ ਪੋਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਆਪਣੇ ਸਤਿਗੁਰ ਕੈ ਬਲਿਹਾਰੇ ਆਗੇ ਸੁਖ ਪਾਛੇ ਸੁਖ ਸਹਿਜਾ। ਕਾਰੇ ਆਨੰਦ ਹਮਾਰੇ ਅੰਤਰਜਾਮੀ ਕਰਨੇ ਹਾਰਾ। ਸੋਈ ਖਸਮ ਹਮਾਰਾ ਨਿਰਭਉ ਪਏ ਗੁਰ ਚਰਨੀ ਲਾਗੇ। ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ। ਪ੍ਰਭ ਹੈ ਵੀ ਹੋਵਣ ਹਾਰਾ ਕੰਠ ਲਾਏ ਆਪਣੇ ਜਨ ਰਾਖੇ। ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸ਼ੋਭਾ। ਕਾਰਜ ਆਇਆ ਰਸੇ ਨਾਨਕ ਕੋ ਗੁਰ ਪੂਰਾ ਭੇਟਿਓ। ਸਗਲੇ ਦੁਖ ਵਿਨਾਸੇ ਕਰੋ ਕਿਰਪਾ ਸਰਬ ਕੇ ਦਾਤੇ। ਏਕ ਰੂਪ ਲਿਵ ਲਾਵੋ ਨਾਨਕ ਕੀ ਬੇਨੰਤੀ ਹਰ ਪੈ। ਆਪਣਾ ਨਾਮ ਜਪਾਵੋ ਨਾਨਕ ਕੀ ਬੇਨੰਤੀ ਹਰ ਪੈ। ਆਪਣਾ ਨਾਮ ਜਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਗਿਆਨ ਪ੍ਰਕਾਸ਼ ਅੰਦਰ ਆਪ ਮਾਈ ਭਾਈ ਜੁੜ ਬੈਠੇ ਹੋ। ਸ਼ਬਦ ਕੀਰਤਨ ਗਾਇਨ ਗੁਰੂ ਬਖਸ਼ੀ ਦੇ ਸਦਕੇ ਬੜੇ ਪਿਆਰ ਸਹਿਤ ਭੈਣ ਜੀ ਸ਼ਬਦ ਪੜ੍ਹ ਰਹੇ ਸਨ। ਆਓ ਕੁਝ ਸਮਾਂ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਜਿੱਥੇ ਸ਼ਬਦ ਕੀਰਤਨ ਹੈ ਉੱਥੇ ਗੁਰੂ ਦੇ ਸ਼ਬਦ ਦੀ ਵੀ ਵਿਚਾਰ ਵੀ ਅਤ ਲਾਜ਼ਮੀ ਹੈ। ਤੋ ਕੱਲ੍ਹ ਤੋਂ ਜਿਹੜਾ ਮਹੀਨਾ ਆਰੰਭ ਹੋਇਆ ਹੈ, ਕੱਤਕ ਦਾ ਮਹੀਨਾ ਆਰੰਭ ਹੋਇਆ ਹੈ, ਜੋ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਕੱਤਕ। ਵੈਸੇ ਤਾਂ ਅੱਜ ਕੱਲ੍ਹ ਸਾਡੇ ਬੱਚਿਆਂ ਨੂੰ ਇਸ ਦੇਸੀ ਮਹੀਨਿਆਂ ਦਾ ਪਤਾ ਹੀ ਨਹੀਂ ਹੈ ਬਈ ਕਿੱਥੋਂ ਆਰੰਭ ਹੋਣਾ ਹੈ, ਕਿੱਥੋਂ। ਜਿਸ ਤਰ੍ਹਾਂ ਚੇਤ ਵਿਸਾਖ ਜੇਠ ਹਾੜ ਸਾਵਣ ਭਾਦੋ ਅੱਸੂ ਕੱਤੈ ਮੱਘਰ ਪੋਹ ਮਾਹ ਅਤੇ ਫੱਗਣ। ਅਤੇ ਇਹ ਮਹੀਨਾ ਕੱਤਕ ਦਾ ਹੈ ਜੋ ਕੱਲ੍ਹ ਆਰੰਭ ਹੋਇਆ ਹੈ, ਜੋ ਕੱਤਕ ਦੀ ਸੰਗਰਾਂਦ ਕਹਿੰਦੇ ਹਾਂ। ਸੰਗਰਾਂਦ ਵੈਸੇ ਕੋਈ ਵਰਡ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਨਹੀਂ ਹੈ, ਪਰ ਇਹ ਸਕ੍ਰਾਂਤੀ ਵਰਡ ਤੋਂ ਆਇਆ ਹੈ। ਬਦਲਾਵ, ਕ੍ਰਾਂਤੀ ਹੁੰਦਾ ਬਦਲਾਵ, ਸਹਿ ਕ੍ਰਾਂਤੀ। ਇਹ ਸੂਰਜ ਨਾਲ ਸੰਬੰਧਿਤ ਹੈ। ਜਦੋਂ ਸੂਰਜ ਆਪਣੀ ਰਾਸ਼ੀ ਬਦਲਦਾ ਹੈ
ਤੇ ਮਹੀਨਾ ਚੇਂਜ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਦੇਖਿਆ ਉਸ ਸਮੇਂ ਕਿ ਦੁਨੀਆ ਦੇ ਜਿਹੜੇ ਇਹ ਲੋਕ ਹਨ, ਇਹ ਕਿਤੇ ਸੂਰਜ ਨਾਲ ਹੀ ਜੁੜਿਆ, ਕੋਈ ਚੰਦਰਮਾ ਦੇ ਨਾਲ ਜੁੜ ਗਿਆ। ਗੁਰੂ ਸਾਹਿਬ ਨੇ ਕਿਹਾ ਕਿ ਕਿਰੇ ਸਿੱਖ ਵੀ ਕਿਧਰੇ ਮਹੀਨਿਆਂ ਦੇ ਨਾਲ ਨਾ ਜੁੜ ਜਾਏ, ਕੋਈ ਐਸੇ ਪਰਟੀਕੂਲਰ ਦਿਨ ਨਾ ਹੋਵੇ ਕਿ ਸਿੱਖ ਉਹ ਦਿਨਾਂ ਦੇ ਨਾਲ ਜੁੜ ਜਾਏ। ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ, ਕਿਰਪਾ ਕਰੋ ਹਰੇ। ਉਹ ਮਾਹ, ਉਹ ਮਹੀਨਾ, ਉਹ ਦਿਨ, ਉਹ ਮੂਰਤ ਸਭ ਭਲੇ ਨੇ। ਇਹ ਨਹੀਂ ਕਿ ਅਸੀਂ ਸੰਗਰਾਂਦ ਵਾਲੇ ਦਿਨ ਜਾਣਾ ਹੈ। ਸਿੱਖ ਵਾਸਤੇ ਤੇ ਰੋਜ਼ ਹੀ ਸੰਗਰਾਂਦ ਹੈ। ਇਹ ਮਤ ਭੁੱਲੀਏ ਕਿ ਕੋਈ ਪਰਟੀਕੂਲਰ ਦਿਨ ਅਸੀਂ ਬੰਨ ਲਏ, ਕੋਈ ਪੂਰਨਮਾਸ਼ੀ, ਕੋਈ ਮੱਸਿਆ। ਇਹ ਸਭ ਚੰਦਰਮਾ ਤੇ ਸੂਰਜ ਨਾਲ ਕਨੈਕਟਿਡ ਨੇ। ਗੁਰੂ ਸਾਹਿਬ ਨੇ ਕਿਹਾ ਕਿਧਰੇ ਮੇਰਾ ਸਿੱਖ ਵੀ ਭਟਕ ਨਾ ਜਾਏ, ਇਹ ਦਿਨਾਂ ਦੇ ਵਿੱਚ ਹੀ ਨਾ ਰਹਿ ਜਾਏ। ਤੋ ਮਹਾਰਾਜ ਕਹਿੰਦੇ ਨੇ, ਆਓ ਗੁਰੂ ਕੇ ਪਿਆਰਿਓ, ਮੈਂ ਤੁਹਾਨੂੰ ਹਰ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਜੀਵਣਾ ਹੈ, ਜੀਵਨ ਜਾਚ ਹਰ ਮਹੀਨੇ 'ਚ ਦੱਸੀ ਹੈ। ਮਹਾਰਾਜ ਕਿਸੇ ਮਹੀਨੇ ਨਾਲ ਨਹੀਂ ਜੋੜ ਰਹੇ। ਗੁਰੂ ਸਾਹਿਬ ਤੇ ਕਹਿੰਦੇ ਨੇ ਹਰ ਦਿਨ ਹਰ ਪਲ ਤੂੰ ਜੁੜ, ਗੁਰ ਚਰਨ ਲਾਗੇ ਦਿਨ ਸੁਭਾਗੇ। ਜਦੋਂ ਤੁਸੀਂ ਗੁਰੂ ਦੇ ਚਰਨਾਂ ਨਾਲ, ਗੁਰੂ ਦੇ ਚਰਨ ਕੀ ਨੇ, ਗੁਰੂ ਦੀ ਬਾਣੀ ਦੇ ਨਾਲ ਜੁੜਦੇ ਹੋ, ਉਹ ਦਿਨ ਭਾਗਾਂ ਵਾਲਾ ਨਹੀਂ, ਸੁਭਾਗੇ, ਚੰਗੇ ਭਾਗਾਂ ਵਾਲਾ ਹੈ। ਜਦੋਂ ਅਸੀਂ ਗੁਰੂ ਤੋਂ ਟੁੱਟ ਜਾਂਦੇ ਹਾਂ, ਉਹ ਦਿਨ ਮਾੜਾ ਹੈ। ਦਿਨ ਕੋਈ ਵੀ ਮਾੜੇ ਨਹੀਂ ਹੈ। ਦਿਨ ਉਦੋਂ ਮਾੜਾ ਹੁੰਦਾ ਜਦੋਂ ਅਸੀਂ ਗੁਰੂ ਦੀ ਬਾਣੀ ਨਹੀਂ ਪੜ੍ਹਦੇ, ਅੰਮ੍ਰਿਤ ਵੇਲੇ ਨਹੀਂ ਜਾਗਦੇ, ਸੰਗਤ ਨਹੀਂ ਕਰਦੇ। ਇਸ ਮਹੀਨੇ ਵਿੱਚ ਗੁਰੂ ਸਾਹਿਬ ਨੇ ਕੀ ਜੀਵਨ ਜਾਚ ਦੱਸੀ ਹੈ। ਆਓ ਉਸ ਪੰਕਤੀਆਂ ਨੂੰ ਪੜ੍ਹ ਕੇ ਅਸੀਂ ਇਸ ਮਹੀਨੇ ਨੂੰ ਕਿਸ ਤਰ੍ਹਾਂ ਗੁਰੂ ਆਸ਼ਰੇ ਅਨੁਸਾਰ ਅਸੀਂ ਆਪਣੇ ਜੀਵਨ ਦੀ ਇਸ ਡੋਰ ਨੂੰ ਕਿਸ ਤਰ੍ਹਾਂ ਗੁਰੂ ਦੇ ਹੱਥ ਦੇਣੀ ਹੈ। ਤਾਂ ਗੁਰੂ ਮਹਾਰਾਜ ਅੱਜ ਇਹ ਬਖਸ਼ਿਸ਼ ਸਾਡੀ ਝੋਲੀ ਵਿੱਚ ਪਾ ਰਹੇ ਨੇ। ਕੋਈ ਮਹੀਨੇ ਨਾਲ ਨਹੀਂ ਅਸੀਂ ਜੁੜਨਾ। ਕੱਤਕ ਦਾ ਜਿਹੜਾ ਮਹੀਨੇ ਦੇ ਅੰਦਰ ਮਹਾਰਾਜ ਨੇ ਸੰਦੇਸ਼ ਦਿੱਤਾ ਹੈ, ਉਹਦਾ ਭਾਵ ਹੈ ਕਿ ਸਾਰੇ 12 ਮਹੀਨੇ ਹੀ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਜੀਵਨ ਬਤੀਤ ਕਰਾਉਣਾ ਹੈ। ਤੋ ਆਓ ਵਿਚਾਰ ਆਰੰਭਣ ਤੋਂ ਪਹਿਲਾਂ ਮਨ ਬਿਰਤੀ ਇਕਾਗਰ ਕਰੋ। ਜਿਨ੍ਹਾਂ ਦੇ ਕੈਮਰੇ ਆਫ ਨੇ, ਹੱਥ ਬੰਨ੍ਹ ਕੇ ਬੇਨਤੀ ਹੈ ਕੈਮਰੇ ਆਨ ਕਰੋ, ਕਿਉਂਕਿ ਇਹ ਵਿਸ਼ਾ ਹੀ ਇਕਾਗਰਤਾ ਮੰਗਦਾ ਹੈ। ਅਸੀਂ ਗਿਣਤੀ ਨਹੀਂ ਵੇਖਣੀ, ਅਸੀਂ ਸੁਰਤ ਜਿਹਦੀ ਜੁੜਨੀ ਹੈ ਉਹ ਗਿਣਤੀ ਵਿੱਚ ਆਉਂਦਾ ਹੈ, ਸਰੀਰਾਂ ਕਰਕੇ ਨਹੀਂ। ਤੋ ਜਿਨ੍ਹਾਂ ਦੀ ਚਿੱਤ ਹੈ ਕੁਝ ਸੁਣਨ ਦਾ, ਮੁਬਾਰਕ ਹੈ, ਜੀ ਆਇਆਂ ਨੂੰ। ਕੈਮਰਾ ਆਨ ਕਰੋ, ਇਕਾਗਰਤਾ 'ਚ ਬੈਠੋ। ਘਰੋਂ ਸਮਾਂ ਵੀ ਕੱਢਿਆ ਜੇ ਤੇ ਬੈਠ ਕੇ ਜੇ ਸੁਰਤ ਤੇ ਸ਼ਬਦ ਦਾ ਮੇਲ ਨਹੀਂ ਹੁੰਦਾ ਤਾਂ ਫਿਰ ਫਾਇਦਾ ਹੀ ਨਹੀਂ ਹੈ। ਇਹ ਕੋਈ ਸ਼ਗੁਨ ਮੇਲਾ ਨਹੀਂ ਹੈ। ਇਸ ਨੂੰ ਸਤ ਸੰਗਤ ਕਹਿੰਦੇ ਨੇ, ਜਿਹਨੂੰ ਕਹਿੰਦੇ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਜਿੱਥੇ ਪਰਿਵਾਰਿਕ ਗੱਲਾਂ, ਜਿੱਥੇ ਘਰ ਦੀਆਂ ਗੱਲਾਂ, ਜਿੱਥੇ ਹੱਸੀ ਮਜ਼ਾਕ ਹੋਏ, ਉਹ ਸਤ ਸੰਗਤ ਨਹੀਂ ਹੁੰਦੀ। ਸਤ ਸੰਗਤ ਉਹ ਹੁੰਦੀ ਹੈ ਜਿੱਥੇ ਇੱਕ ਨਾਮ ਦੀ ਗੱਲ ਹੋ ਰਹੀ ਹੋਵੇ, ਇੱਕ ਵਾਹਿਗੁਰੂ ਦੀ ਗੱਲ ਹੋ ਰਹੀ ਹੋਵੇ। ਵੈਸੇ ਗੱਲਾਂ ਕਰਨ ਵਾਸਤੇ ਦੁਨੀਆ ਬਹੁਤ ਹੈ, ਘਰ ਹੈ, ਸੰਸਾਰ ਹੈ। ਸੱਪ ਜਿਹੜਾ ਹੁੰਦਾ ਨਾ, ਸੱਪ ਕਿੰਨਾ ਵਿੰਗਾ ਹੋ ਕੇ ਚੱਲਦਾ ਹੈ, ਪਰ ਜਦੋਂ ਖੁੱਡ ਵਿੱਚ ਜਾਂਦਾ ਹੈ ਨਾ ਤੇ ਬਿਲਕੁਲ ਸਿੱਧਾ ਹੋ ਜਾਂਦਾ ਹੈ। ਸਾਡੇ ਅੰਦਰ ਵੀ ਵਿਕਾਰਾਂ ਦੇ ਵੱਲ ਨੇ। ਬਿਰਤੀ ਸਾਡੀ ਸੱਪ ਤੇ ਸੂਰ ਵਰਗੀ ਹੈ, ਪਰ ਜਦੋਂ ਸੰਗਤ ਵਿੱਚ ਜਾਂਦਾ ਹੈ ਬੰਦਾ, ਬਿਲਕੁਲ ਸਿੱਧਾ ਹੋ ਕੇ ਜਾਂਦਾ ਹੈ। ਤਾਂ ਸੰਗਤ ਇੱਕ ਮਹਾਰਾਜ ਨੇ ਸਾਨੂੰ ਇੱਕ ਐਸਾ ਪਲੇਟਫਾਰਮ ਦਿੱਤਾ ਹੈ ਜਿੱਥੇ ਸਿਰਫ ਨਾਮ ਦੀ ਗੱਲ ਹੈ। ਇਹ ਅਹੇਰਾ ਕੀਨੋ ਦਾਨ, ਨਾਨਕ ਕੇ ਘਰ ਕੇਵਲ ਨਾਮ। ਇੱਥੇ ਸਿਰਫ ਨਾਮ ਦੀ ਗੱਲ ਹੈ। ਤਾਂ ਉਸੇ ਨਾਮ ਨੂੰ ਮਹਾਰਾਜ ਇਸ ਮਹੀਨੇ ਵਿੱਚ ਸਾਨੂੰ ਉਸ ਨਾਮ ਦੇ ਸਦਕੇ ਹੀ ਸਾਨੂੰ ਅੱਜ ਸਮਝਾਉਣਾ ਕਰ ਰਹੇ ਨੇ। ਕੀ ਕਹਿ ਰਹੇ ਨੇ? ਕਤਕ ਕਰਮ ਕਮਾਵਣੇ
ਦੋਸ਼ ਨਾ ਕਾਹੂ ਜੋਗ। ਕੱਤਕ, ਕੱਤਕ ਦੇ ਕੱਕੇ ਨੂੰ ਸਿਹਾਰੀ ਹੈ, ਭਾਵ ਕਿ ਕੱਤਕ ਦਾ ਮਹੀਨੇ ਦਾ ਨਾਮ ਹੈ। ਕੱਤਕ ਦੇ ਮਹੀਨੇ ਵਿੱਚ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਕਿਉਂਕਿ ਇਹ ਜੀਵ ਇਸਤਰੀ ਪਰਮਾਤਮਾ ਤੋਂ ਵਿਛੜੀ ਹੋਈ ਹੈ, ਔਰ ਜਿਹੜੇ ਵੀ ਕਰਮ ਕਰ ਰਹੀ ਹੈ, ਅਗਰ ਚੰਗੇ ਕਰ ਰਹੀ ਹੈ ਜਾਂ ਮਾੜੇ ਕਰ ਰਹੀ ਹੈ, ਉਹ ਉਹਦੇ ਆਪਣੇ ਕਰਮਾਂ ਦਾ ਫਲ ਹੈ। ਕਿਸੇ ਦੇ ਉੱਤੇ ਦੋਸ਼ ਨਹੀਂ ਮਿਥਣਾ ਚਾਹੀਦਾ। ਕਿਸੇ ਨੂੰ ਦੋਸ਼ ਕਿਸੇ ਦੇ ਜਿੰਮੇ, ਕਿਸੇ ਦੇ ਮੱਥੇ ਨਾ ਲਾ ਦਈਏ। ਦੱਦੈ ਦੋਸ਼ ਨਾ ਦੇਹੂ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਅੱਜ ਜਿਹੜਾ ਕੋਈ ਬੰਦਾ ਦੁਖੀ ਹੈ, ਉਹ ਆਪਣੇ ਕਰਮਾਂ ਕਰਕੇ ਦੁਖੀ ਹੈ। ਜੇ ਕੋਈ ਸੁਖੀ ਹੈ, ਆਪਣੇ ਕਰਮਾਂ ਕਰਕੇ ਸੁਖੀ ਹੈ। ਜਿਤਨੇ ਦੁੱਖ ਨੇ ਕਿਸੇ ਨੇ ਬਾਹਰੋਂ ਨਹੀਂ ਦਿੱਤੇ, ਕਿਸੇ ਭਰਾ ਭੈਣ ਰਿਸ਼ਤੇਦਾਰ ਪੜੋਸੀ ਸੰਗੀ ਨੇ ਨਹੀਂ ਦਿੱਤੇ। ਮਹਾਰਾਜ ਕਹਿੰਦੇ ਦੋਸ਼ ਨਾ ਕਾਹੂ ਜੋਗ। ਇਹ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਅਸੀਂ ਆਪਣੇ ਆਪਣੇ ਕਰਮ ਕਰ ਰਹੇ ਹਾਂ। ਕਈ ਕਰਮ ਕਰਕੇ ਤੇ ਚੰਗੇ ਗੁਰੂ ਦੇ ਨੇੜੇ ਹੋ ਜਾਂਦੇ ਨੇ, ਕਈ ਮਾੜੇ ਕਰਮ ਕਰਕੇ ਗੁਰੂ ਤੋਂ ਦੂਰ ਹੋ ਜਾਂਦੇ ਨੇ। ਸਮਝਣ ਦਾ ਵਿਸ਼ਾ ਹੈ। ਔਰ ਇਹ ਮਨੁੱਖਾ ਦੇਹੀ ਸਾਨੂੰ ਮਿਲੀ ਹੈ, ਜਿਹਦੇ ਵਿੱਚ ਅਸੀਂ ਰੱਬ ਨੂੰ ਪਾ ਸਕਨੇ ਹਾਂ। ਸਾਡੇ ਕੋਲ ਬੁੱਧੀ ਹੈ, ਵਿਵੇਕ ਹੈ, ਨੌਲੇਜ ਹੈ, ਗਿਆਨ ਹੈ, ਮਹਾਰਾਜ ਨੇ ਦਿੱਤਾ ਹੈ। ਇਹ ਗੱਲ ਵੱਖਰੀ ਹੈ ਅਸੀਂ ਉਹਦੀ ਵਰਤੋਂ ਨਾ ਕਰੀਏ। ਸਾਡੇ ਕੋਲ ਸਰੀਰ ਹੈ। ਦੇਖੋ, ਪਸ਼ੂਆਂ ਦੇ ਕੋਲ ਸਰੀਰ ਹੈ, ਬੁੱਧੀ ਨਹੀਂ ਹੈ। ਦੇਵਤਿਆਂ ਕੋਲ ਬੁੱਧੀ ਹੈ, ਗਿਆਨ ਹੈ, ਦੈਵਿਕ ਗੁਣ ਨੇ, ਪਰ ਉਹਨਾਂ ਕੋਲ ਸਰੀਰ ਨਹੀਂ ਹੈ। ਉਹ ਸਰੀਰ ਲੱਭਦੇ ਨੇ। ਕਬੀਰ ਸਾਹਿਬ ਦਾ ਸ਼ਬਦ ਪੜ੍ਹਦੇ ਆ ਨਾ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਸ ਦੇਹ ਨੂੰ ਤੇ ਦੇਵੀ ਦੇਵਤੇ ਵੀ ਲੋਚਦੇ ਨੇ ਕਿ ਸਾਨੂੰ ਦੇਹ ਮਿਲੇ ਤੇ ਅਸੀਂ ਵੀ ਇਹ ਜਿਹੜੀ ਦੇਵਤੇ ਵਾਲੀ ਜੂਨੀ ਹੈ, ਇਹਦੇ ਵਿੱਚੋਂ ਅਸੀਂ ਬਾਹਰ ਆ ਸਕੀਏ। ਔਰ ਕਿਆ ਕਮਾਲ ਦੀ ਗੱਲ ਹੈ, ਮਨੁੱਖ ਨੂੰ ਮਹਾਰਾਜ ਨੇ ਇਹ ਸਰੀਰ ਵੀ ਦੇ ਦਿੱਤਾ, ਵਿਵੇਕ ਵੀ ਦੇ ਦਿੱਤਾ ਕਿ ਜਾ ਇਸ ਕਰਮ ਭੂਮੀ ਦੇ ਅੰਦਰ ਜਾ ਕੇ ਚੰਗਾ ਬੀਜ ਬੋ, ਚੰਗਾ ਬੀਜ ਬੋ ਕੇ ਤੇ ਚੰਗੀ ਫਸਲ ਤੈਨੂੰ ਪ੍ਰਾਪਤ ਹੋਏਗੀ। ਮਾੜਾ, ਦੇਖੋ, ਮਾੜਾ ਬੀਜ ਬੋਵਾਂਗੇ, ਬੀਜ ਚੰਗਾ ਨਹੀਂ ਹੋਏਗਾ, ਬੀਜ ਨੰਗਾ ਰਹਿ ਜਾਏਗਾ। ਇੱਕ ਦਿਨ ਕੀ ਹੋਏਗਾ, ਉਹਦੀ ਕੋਈ ਪ੍ਰਾਪਤੀ ਨਹੀਂ ਹੋਏਗੀ। ਮਹਾਰਾਜ ਨੇ ਕਿਹਾ ਇਹ ਸਾਰੀ ਕਰਮ ਭੂਮੀ ਹੈ। ਅਸੀਂ ਆਪਣੇ ਆਪ ਕਰਮੀ ਆਪੋ ਆਪਣੀ, ਅਸੀਂ ਆਪੋ ਆਪਣੇ ਕਰਮ ਕਰ ਰਹੇ ਹਾਂ। ਕੋਈ ਕੀ ਕਰ ਰਿਹਾ ਹੈ, ਕੋਈ ਕੀ ਕਹਿ ਰਿਹਾ। ਅੱਜ ਕੱਲ੍ਹ ਕਿਸੇ ਨੂੰ ਕਹਿਣ ਦਾ ਹਾਲ ਹੀ ਨਹੀਂ। ਕਿਸੇ ਨੂੰ ਕਹਿ ਦਿਓ, ਸੰਗਤੀ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ, ਪਰ ਜਿਹੜਾ ਕੋਈ ਸੰਗਤ ਵਿੱਚ ਸਮਝ ਜਾਏ। ਕਰਮਾਂ ਕਰਕੇ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ, ਅਤੇ ਜਿਹੜਾ ਵਿਛੜਨਾ ਹੁੰਦਾ ਹੈ ਉਹ ਦੁੱਖ ਹੁੰਦਾ ਹੈ, ਮਿਲਾਪ ਹੁੰਦਾ ਹੈ ਉਹ ਸੁੱਖ ਹੁੰਦਾ ਹੈ, ਪ੍ਰੇਮ ਖੁਸ਼ੀ ਹੁੰਦੀ ਹੈ, ਆਨੰਦ ਹੁੰਦਾ ਉਹਦੇ ਵਿੱਚ। ਤੋ ਮਹਾਰਾਜ ਕਹਿੰਦੇ ਨੇ ਤੂੰ ਜੇ ਵਜ੍ਹਾ ਬੀਜੇਗਾ ਉਹ ਵਜ੍ਹਾ ਤੈਨੂੰ ਪ੍ਰਾਪਤ ਹੋਏਗਾ। ਇਸ ਸਰੀਰ ਰੂਪੀ ਖੇਤ ਵਿੱਚ ਜਿਹਾ ਬੀਜੈ ਸੋ ਲੂਣੈ, ਕਰਮਾ ਸੰਦੜਾ ਖੇਤ। ਇਸ ਸਰੀਰ ਰੂਪੀ ਭੂਮੀ ਕਹਿ ਲਓ, ਧਰਤੀ ਕਹਿ ਲਓ, ਜੋ ਬੀਜਾਂਗੇ ਉਹੀ ਪ੍ਰਾਪਤ ਹੋਏਗਾ। ਹੁਣ ਕੋਈ ਕਿੱਕਰ ਬੋਲੇ ਤੇ ਆਸ ਬਿਜੋਰ ਦੇ ਮਿੱਠੇ ਅੰਗੂਰਾਂ ਦੀ ਕਰੇ, ਕਦੀ ਹੋ ਸਕਦਾ ਹੈ?
ਤੁਸੀਂ ਕਣਕ ਬੋਈ ਹੋਵੇ ਤੇ ਚਾਵਲ ਦੀ ਆਸ ਰੱਖੋ, ਕਦੀ ਹੋ ਸਕਦਾ ਹੈ? ਜਾਂ ਤੁਸੀਂ ਸੂਤ ਕੱਤਿਆ ਹੋਵੇ ਤੇ ਰੇਸ਼ਮ ਦੀ ਆਸ ਕੀਤੀ ਹੋਏ। ਫਰੀਦ ਸਾਹਿਬ ਕਹਿੰਦੇ ਨੇ ਨਾ, ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕੜ ਬੀਜੇ ਜੱਟ, ਹਾਂਡੇ ਉਂਡ ਕਤਾਏ ਦਾ ਪੈਂਦਾ ਲੋੜੇ ਪੱਟ। ਕਹਿੰਦਾ ਆਸ ਤੇ ਵਾਹਿਗੁਰੂ ਫਰੀਦ ਸਾਹਿਬ ਕਹਿੰਦੇ ਨੇ, ਆਸ ਤੇ ਤੂੰ ਲੋੜੈ ਦਾਖ ਬਿਜੋਰੀਆਂ। ਬਿਜੋਰ ਜਿਹੜੇ ਅਰਬ ਕੰਟਰੀ ਵਿੱਚ ਬੜੀਆਂ ਕਦੀ ਆਉਂਦੇ ਨਾ ਅੰਗੂਰ, ਦੇਖਿਆ ਕਰੋ, ਛੋਟੇ ਛੋਟੇ ਹੁੰਦੇ ਨੇ, ਬਹੁਤ ਮਿੱਠੇ ਹੁੰਦੇ ਨੇ। ਕਹਿੰਦੇ ਨੇ ਆਸ ਤੇ ਤੂੰ ਅੰਗੂਰਾਂ ਦੀ ਕੀਤੀ ਹੈ ਤੇ ਬੀਜਿਆ ਤੂੰ ਕਿੱਕਰ ਹੋਇਆ। ਤੇ ਕਿਸ ਤਰ੍ਹਾਂ ਤੈਨੂੰ ਉਹ ਬਿਜੋੜ ਦੇ ਅੰਗੂਰ ਮਿਲਣਗੇ? ਸੋ ਇਸ ਸਰੀਰ ਰੂਪੀ ਧਰਤੀ 'ਚ ਗੁਰੂ ਸਾਹਿਬ ਕਹਿੰਦੇ ਨੇ, ਜੋ ਤੂੰ ਬੋਏਂਗਾ ਉਹ ਤੈਨੂੰ ਪ੍ਰਾਪਤ ਹੋਏਗਾ। ਔਰ ਮੈਂ ਇੱਕ ਗੱਲ ਕਹਾਂ, ਜਦੋਂ ਬੰਦਾ ਬੋਂਦਾ ਨਾ ਚੰਗਾ ਜਾਂ ਮਾੜਾ ਕਰਮ, ਤੇ ਬੜਾ ਖੁਸ਼ ਹੁੰਦਾ ਹੈ। ਉਹ ਸਮਝਦਾ ਕੋਈ ਨਹੀਂ ਦੇਖ ਰਿਹਾ, ਪਰ ਰੱਬ ਤੇ ਅੱਗੋਂ ਦੇਖਿਆ, ਪਿੱਛੋਂ ਦੇਖਿਆ, ਤੁਝ ਤੇ ਕਹਾਂ ਛਪਾਵੇ। ਰੱਬ ਤੇ ਸਾਡੀ ਹਰ ਐਕਟੀਵਿਟੀ ਦੇਖ ਰਿਹਾ ਹੈ। ਜੇ ਵਜ੍ਹਾ ਅਸੀਂ ਬੀਜਾਂਗੇ ਉਹ ਵਜ੍ਹਾ ਪ੍ਰਾਪਤ ਹੋਣਾ ਹੈ। ਬੰਦਾ ਜੇ ਵਜੇ ਕਰਮ ਕਰੇਗਾ ਉਹ ਵਜੀ ਪ੍ਰਾਪਤੀ ਹੋਏਗੀ। ਚੰਗੇ ਕਰੇਗਾ ਚੰਗੀ ਪ੍ਰਾਪਤੀ। ਸਿਆਣੇ ਕਹਿੰਦੇ ਨੇ, ਇੱਕ ਬੀਜ ਬੋਵੋ ਨਾ ਤੇ 56 ਗੁਣਾ ਉਹਦਾ ਫਲ ਮਿਲਦਾ ਹੈ, ਭਾਵੇਂ ਉਹਦੇ ਵਿੱਚ ਚੰਗਾ ਕਰਮ ਕਰ ਲਓ ਜਾਂ ਮਾੜਾ ਕਰ ਲਓ। ਇਹ ਹੁਣ ਸਾਡੇ ਉੱਤੇ ਵੇ। ਇਹ ਪਰਮਾਤਮਾ ਨੇ ਸਾਨੂੰ ਆਜ਼ਾਦੀ ਦਿੱਤੀ ਹੋਈ ਹੈ ਕਰਮ ਕਰਨ ਵਾਸਤੇ, ਕਿਉਂਕਿ ਇਹ ਕਰਮ ਭੂਮੀ ਹੈ। ਜਦੋਂ ਸੰਸਾਰ ਵਿੱਚ ਭੇਜਿਆ, ਪੜ੍ਹਦੇ ਹੋ ਨਾ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤਿਸਵੀ ਧਰਤੀ ਥਾਪ ਰੱਖੀ ਧਰਮਸਾਲ, ਤਿਸਵੀ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਤੇ ਸੋਹਣ ਪੰਜ ਪ੍ਰਵਾਨ, ਨਦਰੀ ਕਰਮ ਪਵੇ ਨਿਸ਼ਾਨ, ਕੱਚ ਪਕਾਈ ਓਥੈ ਪਾਏ, ਨਾਨਕ ਗਇਆਂ ਜਾਪੇ ਜਾਏ। ਇਸ ਕਰਮ ਭੂਮੀ ਦੇ ਅੰਦਰ ਸਾਨੂੰ ਇੱਕ ਆਜ਼ਾਦੀ ਬਖਸ਼ੀ ਹੈ। ਜਿਹੜਾ ਮਰਜ਼ੀ ਕਰਮ ਕਰੋ, ਮਾੜਾ ਕਰੋ ਚੰਗਾ ਕਰੋ। ਕੋਈ ਤੁਹਾਨੂੰ ਸੰਗਤ ਵਿੱਚ ਆਉਣ ਵਾਸਤੇ ਰੋਕੇਗਾ ਨਹੀਂ, ਕੋਈ ਬਾਣੀ ਪੜ੍ਹਨ ਵਾਸਤੇ ਰੋਕੇਗਾ ਨਹੀਂ, ਔਰ ਮੈਨੂੰ ਕਹਿਣ ਦੇਣਾ ਕੋਈ ਮਾੜਾ ਕਰਮ ਕਰਨ ਵਾਸਤੇ ਵੀ ਨਹੀਂ ਰੋਕੇਗਾ। ਉਹ ਸਾਡੀ ਆਜ਼ਾਦੀ ਹੈ। ਪਰ ਮੈਨੂੰ ਇਹ ਵੀ ਕਹਿਣ ਦੇਣਾ, ਜਦ ਸਾਨੂੰ ਫਲ ਮਿਲਣਾ ਉਹਦੇ ਵਿੱਚ ਫਿਰ ਸਾਡੀ ਆਜ਼ਾਦੀ ਨਹੀਂ ਹੋਣੀ। ਫਿਰ ਰੱਬ ਨੇ ਆਪਣੀ ਮਰਜ਼ੀ ਨਾਲ ਜੇ ਵਜ੍ਹਾ ਅਸੀਂ ਬੀਜਿਆ ਉਹ ਵਜ੍ਹਾ ਫਲ ਮਿਲੇਗਾ। ਤਾਂ ਹੀ ਮਾਰੇ ਕਹਿੰਦੇ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਕਿਸੇ ਪਰਾਏ ਦਾ ਵੀ ਬੁਰਾ ਨਾ ਸੋਚ। ਇੱਕ ਦਿਨ ਜਦੋਂ ਵੇਖੋ ਆਪਣੇ ਗਿਰੀਵਾਨ ਮੇ ਸਿਰ ਨੀਵਾ ਕਰ ਦੇਖ। ਗੁਰੂ ਸਾਹਿਬ ਕਹਿੰਦੇ ਨੇ, ਆਪਣੇ ਘਰ ਆਪਣਾ ਵੇਖ, ਦੂਜੇ ਨੂੰ ਵੇਖਣ ਤੋਂ ਪਹਿਲਾਂ ਨਾ ਆਪਣੇ ਗਿਰੀਵਾਨ ਮੇ ਝਾਤੀ ਪਾ ਕਿ ਤੇਰੇ ਅੰਦਰ ਕਿਤਨੇ ਔਗਣ ਨੇ, ਤੂੰ ਕਿਤਨਾ ਔਗਣਾਂ ਦਾ ਭਰਿਆ ਹੈ। ਜਿਹੜਾ ਤੂੰ ਵੀ ਬੀਜ ਬੋ ਰਿਹਾ ਤੈਨੂੰ ਵੀ ਕਈ ਗੁਣਾ। ਦੇਖੋ ਚੰਗਾ ਬੋਵਾਂਗੇ ਨਾ ਤੇ ਬਹੁਤ ਚੰਗਾ ਮਿਲੇਗਾ। ਕਿਸੇ ਨੂੰ ਚੰਗੇ ਸੰਸਕਾਰ ਮਿਲਣ ਨਾ ਕੀ ਹੁੰਦਾ ਹੈ, ਉਹਦੀ ਵਾਹ ਵਾਹ ਜੈ ਜੈਕਾਰ ਹੁੰਦੀ ਹੈ। ਮੈਂ ਇੱਕ ਬੜੀ ਪੁਰਾਣੀ ਇੱਕ ਕਹਾਣੀ ਮੈਂ ਪੜ੍ਹ ਰਿਹਾ ਸੀ, ਬਹੁਤ ਛੋਟੇ ਹੁੰਦੇ ਸਨ। ਇੱਕ ਫਕੀਰ ਕਿਸੇ ਦੇ ਘਰ ਗਿਆ ਤੇ ਉਹਨੇ ਰੋਟੀ ਮੰਗੀ ਕਿਸੇ ਕੋਲੋਂ, ਤੇ ਉਹ ਮਾਈ ਕਹਿੰਦੀ, ਫਕੀਰ ਜੀ ਬਾਹਰ ਚੁਪਾ ਲਿਓ, ਉੱਥੇ ਬੈਠੋ, ਮੈਂ 2 ਪ੍ਰਸ਼ਾਦੇ ਲਾ ਕੇ ਤੁਹਾਨੂੰ ਦੇਣੀ ਆ। ਉਹ ਲਾ ਰਹੀ ਸੀ, ਉੱਤੋਂ ਘਰ ਵਾਲਾ ਆ ਗਿਆ, ਉਹ ਡਾਂਟਣ ਲੱਗ ਪਿਆ, ਜਣੇ ਖਣੇ ਨੂੰ ਤੂੰ ਖਵਾਉਂਦੀ ਰਹਿੰਦੀ ਹੈ। ਉਹਨੂੰ ਗੁੱਸਾ ਚੜ ਗਿਆ, ਪਰ ਉਹਨੇ ਕਿਹਾ ਕੋਈ ਗੱਲ ਨਹੀਂ, ਫਕੀਰ ਨੇ ਦੂਰੋਂ ਆਇਆ, ਚੱਲ ਕੇ ਆਏ ਨੇ, ਫਕੀਰਾਂ ਨੂੰ ਐਵੇਂ ਨਹੀਂ ਬੋਲੀਦਾ। ਪਰ ਉਸ ਬੀਬੀ ਨੇ ਦੇ ਦਿੱਤੇ 2 ਪ੍ਰਸ਼ਾਦੇ ਛਕ ਕੇ, ਪਰ ਉਸ ਫਕੀਰ ਨੇ ਕੁਝ ਕਿਹਾ ਨਹੀਂ। ਹਾਲਾਂਕਿ ਉਹਨੇ ਸੁਣ ਲਿਆ ਉਸ ਘਰ ਵਾਲੇ ਦੀ ਗੱਲ, ਪਰ ਖਾ ਕੇ ਟੁਰ ਗਿਆ। ਇਹ ਫਕੀਰਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਕੋਈ ਆ ਕੇ ਕੁਝ ਕਹਿ ਵੀ ਜਾਏ, ਮਸਤ। ਅੱਗੇ ਚਲਾ ਗਿਆ। ਜਦ ਅਗਲੇ 2-4 ਪਿੰਡਾਂ ਬਾਅਦ ਸ਼ਾਮ ਪੈ ਗਈ, ਭੁੱਖ ਲੱਗੀ, ਕਿਸੇ ਦਾ ਦਰਵਾਜ਼ਾ ਖੜਕਾਇਆ, ਕੋਈ
ਬਾਹਰ ਜੈਂਟਸ ਆਇਆ, ਉਹਨਾਂ ਨੇ ਕਿਹਾ ਹਾਂਜੀ ਫਕੀਰ ਸਾਈਂ ਕੀ ਚਾਹੀਦਾ ਹੈ? ਕਹਿੰਦਾ ਜੀ 2 ਪ੍ਰਸ਼ਾਦੇ ਚਾਹੀਦੇ ਨੇ, ਰਾਤ ਕੱਟੀ ਜਾਏ। ਉਹ ਕਹਿੰਦਾ ਬਈ ਮੇਰੀ ਘਰ ਵਾਲੀ ਪ੍ਰਸ਼ਾਦੇ ਲਾ ਰਹੀ ਏ ਤੇ ਰੁਕ ਜਾ, ਪਹਿਲਾਂ ਮੈਂ ਤੈਨੂੰ ਦੇ ਦਿੰਦੇ ਆ ਤੇ ਤੂੰ ਬੈਠ ਜਾ। ਜਦ ਘਰ ਵਾਲੀ ਨੂੰ ਪਤਾ ਲੱਗਿਆ ਤਾਂ ਘਰ ਵਾਲੀ ਡਾਂਟਣ ਲੱਗ ਪਈ, ਜਿਹੜਾ ਆਂਦਾ ਤੁਸੀਂ ਪ੍ਰਸ਼ਾਦੇ ਖਵਾਈ ਜਾਂਦੇ ਹੋ, ਇਹ ਕੋਈ ਗੱਲ ਏ? ਜੇ ਖਵਾਣਾ ਤੇ ਆਪਣੇ ਵਿੱਚੋਂ ਦੇ ਦਿਓ, ਮੈਂ ਕਿਸੇ ਫਕੀਰ ਨੂੰ ਨਹੀਂ ਦੇਣਾ। ਫਕੀਰ ਗੱਲ ਸੁਣ ਰਿਹਾ ਹੁੰਦਾ ਹੈ। ਉਹ 2 ਪ੍ਰਸ਼ਾਦੇ ਛਕਦਾ ਹੈ ਤੇ ਫਕੀਰ ਉਸ ਆਦਮੀ ਨੂੰ ਕਹਿੰਦਾ ਹੈ, ਭਾਈ ਸਾਹਿਬ ਇੱਕ ਗੱਲ ਦੱਸੋ, ਮੈਂ ਪਿਛਲੇ 2-4 ਪਿੰਡਾਂ ਵਿੱਚ ਗਿਆ ਵਾਂ, ਉੱਥੇ ਘਰ ਵਾਲਾ ਡਾਂਟ ਰਿਹਾ ਸੀ, ਇੱਥੇ ਘਰ ਵਾਲੀ ਡਾਂਟ ਰਹੀ ਏ, ਚੱਕਰ ਕੀ ਏ? ਤੇ ਉਹ ਬੰਦਾ ਕਹਿੰਦਾ ਹੈ, ਤੂੰ ਕਿਸ ਪਿੰਡ ਵਿੱਚ ਗਿਆ ਸੀ? ਉਹਦੇ ਬਾਹਰ ਘਰ ਦੇ ਚੁਪਾਲ ਸੀ, ਉਹ ਬੀਬੀ ਇਸ ਤਰ੍ਹਾਂ ਦੀ ਸੀ? ਕਹਿੰਦਾ ਹਾਂ। ਕਹਿੰਦਾ ਉਹ ਭਲਿਆ, ਉਹ ਮੇਰੀ ਭੈਣ ਹੈ। ਸਾਡੇ ਸੰਸਕਾਰ ਹੀ ਇਹੋ ਜਿਹੇ ਨੇ ਕਿ ਕੋਈ ਵੀ ਆ ਜਾਵੇ ਤੇ ਉਹਨੇ ਭੁੱਖੇ ਨੂੰ ਰਜਾਣਾ ਹੀ ਹੈ, ਪਰ ਅਸੀਂ ਇਹ ਭੁੱਖਿਆਂ ਦੇ ਘਰ ਆ ਗਏ ਹਾਂ, ਇਹ ਕਿਸੇ ਨੂੰ ਨਾ ਆਪ ਛਕਦੇ ਨੇ ਨਾ ਛਕਾਉਂਦੇ ਨੇ। ਤੇ ਗੁਰੂ ਨਾਨਕ ਦਾ ਘਰ ਵੀ ਐਸਾ ਹੈ ਕਿ ਜੇ ਵਜੇ ਤੁਸੀਂ ਕਰਮ ਬੀਜੋਗੇ, ਜੇ ਵਜ੍ਹਾ ਬੀਜ ਬੀਜੋਗੇ, ਉਹ ਵਜ੍ਹਾ ਹੀ ਫਲ ਪ੍ਰਾਪਤ ਹੋਣਾ ਹੈ, ਔਰ ਕਈ ਗੁਣਾ ਹੋਣਾ ਹੈ। ਇਹ ਨਹੀਂ ਹੈ ਤੁਸੀਂ ਕਿਸੇ ਟੁੱਟੇ ਨੂੰ ਜੋੜ ਦਿਓ ਨਾ ਗੁਰੂ ਦੇ ਨਾਲ, ਕਿਸੇ ਨੂੰ ਅੰਮ੍ਰਿਤਧਾਰੀ ਬਣਾ ਦਿਓ, ਕਿਸੇ ਨੂੰ ਬਾਣੀ ਦੇ ਨਾਲ ਜੋੜ ਦਿਓ। ਜੈਸੇ 7 ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਇੱਕ ਸਿੱਖ ਕੋ ਸ਼ਬਦ ਸਿਖਾਏਗਾ। ਕਿਸੇ ਇੱਕ ਟੁੱਟੇ ਹੋਏ ਨੂੰ ਗੁਰੂ ਦੇ ਸ਼ਬਦ ਨਾਲ ਜੋੜ ਦਿੱਤਾ ਨਾ, ਇੱਕ ਟੁੱਟੇ ਨੂੰ, 7 ਮੰਦਰ ਸੋਨੇ ਦੇ ਦਾਨ ਵਾਲਾ ਫਲ ਤੁਹਾਨੂੰ ਪ੍ਰਾਪਤ ਹੋਏਗਾ। ਕਿੰਨੇ ਗੁਣਾ ਫਲ ਮਿਲੇਗਾ। ਤੇ ਜੇ ਅਸੀਂ ਕਿਸੇ ਦੇ ਨਾਲ ਮਾੜਾ ਕਰ ਦਿੱਤਾ, ਕਿਸੇ ਨਾਲ ਠੱਗੀ ਕਰ ਦਿੱਤੀ, ਕਿਸੇ ਨੂੰ ਕੋੜਾ ਬੋਲ ਦਿੱਤਾ, ਕਈ ਗੁਣਾ ਸਾਨੂੰ ਆ ਕੇ ਉਹਦਾ ਫਲ ਪ੍ਰਾਪਤ ਹੋਏਗਾ। ਦੇਖੋ, ਕੋਈ ਫਕੀਰ ਸੀ, ਕਿਸੇ ਰਾਜੇ ਕੋਲ ਗਿਆ, ਦੁਪਹਿਰ ਦਾ ਸਮਾਂ ਸੀ। ਕਹਿੰਦਾ ਰਾਜਾ, ਮੈਂ ਸੁਣਿਆ ਤੂੰ ਰੋਜ਼ ਸੋਨਾ ਦਾਨ ਕਰਨਾ ਹੈ। ਕਹਿੰਦਾ ਹਾਂ ਕਰਨਾ ਵਾ। ਕਹਿੰਦਾ ਮੈਂ ਵੀ ਤੇਰੇ ਦਰ ਤੇ ਆਇਆ, ਤੇਰੇ ਦਰ ਤੋਂ ਕੋਈ ਖਾਲੀ ਨਹੀਂ ਗਿਆ। ਰਾਜਨ, ਮੇਰੀ ਵੀ ਝੋਲੀ 'ਚ ਕੁਝ ਸੋਨਾ ਪਾ ਦੇ, ਮੈਂ ਵੀ ਖੈਰ ਮੰਗਣ ਆਇਆ ਤੇਰੇ ਦਰ ਤੇ। ਰਾਜਾ ਕਹਿੰਦਾ ਜਾ, ਚਲਾ ਜਾ, ਉਹ ਤੇ ਮੈਂ ਸਵੇਰੇ ਸਵੇਰੇ ਵੰਡਣਾ ਵਾ, ਦੁਪਹਿਰ ਮੈਂ ਕਿਸੇ ਨੂੰ ਨਹੀਂ ਦਿੰਦਾ। ਪਰ ਰਾਜੇ ਨੇ, ਉਹ ਫਕੀਰ ਕਹਿੰਦਾ ਰਾਜਾ ਫਿਰ ਇਹ ਸਮਾਂ ਥੋੜ੍ਹਾ ਹੁੰਦਾ ਹੈ, ਦਾਨ ਦੇਣਾ ਹੋਵੇ ਤੇ ਫਿਰ ਕਦੋਂ ਮਰਜ਼ੀ ਦੇਵੋ, 24 ਘੰਟੇ ਦਾਨ ਦੇਣਾ ਚਾਹੀਦਾ। ਕਹਿੰਦਾ ਨਹੀਂ, ਸਮਾਂ ਹੁੰਦਾ ਹੈ। ਜਦ ਫਕੀਰ ਪਿੱਛੇ ਹੀ ਪੈ ਗਿਆ ਨਾ, ਤੇ ਫਿਰ ਰਾਜਾ ਆਪਣੇ ਸੇਵਕ ਨੂੰ ਕਹਿੰਦਾ ਉਹ ਸਾਹਮਣੇ ਜਿਹੜੀ ਲਿੱਦ ਪਈ ਹੈ ਨਾ ਘੋੜੇ ਦੀ, ਉਹ ਮੁੱਠੀ ਭਰ ਕੇ ਇਹਦੀ ਫਕੀਰ ਦੀ ਝੋਲੀ 'ਚ ਪਾ ਦੇ। ਉਹ ਸੇਵਕ ਲੈਂਦਾ ਘੋੜੇ ਦੀ ਲਿੱਦ ਦੀ ਮੁੱਠੀ ਭਰ ਕੇ ਤੇ ਉਹਦੀ ਝੋਲੀ ਵਿੱਚ ਪਾ ਦਿੰਦਾ ਹੈ। ਪਰ ਫਕੀਰ ਬੋਲਦਾ ਨਹੀਂ, ਝੋਲੀ ਅੱਡ ਕੇ ਘਰ ਲੈ ਜਾਂਦਾ ਹੈ, ਆਪਣੀ ਜੰਗਲ ਵਿੱਚ ਕੁਟੀਆ ਉੱਥੇ ਰੱਖ ਦਿੰਦਾ ਹੈ। ਸਮਾਂ ਬੀਤਦਾ ਜਾਂਦਾ ਹੈ, 4-5 ਸਾਲ ਬੀਤ ਗਏ। ਰਾਜਾ ਕਿੱਥੇ ਜੰਗਲ ਵਿੱਚ ਜਾ ਰਿਹਾ ਸੀ ਸ਼ਿਕਾਰ ਖੇਡਣ, ਹਨੇਰਾ ਪੈ ਗਿਆ। ਜਿਹੜੇ ਸੈਨਿਕ ਅਹਿਲਕਾਰ ਨਾਲ ਸਨ ਉਹ ਵਿਛੜ ਗਏ ਤੇ ਆਪ ਥੱਕ ਗਿਆ ਤੇ ਰਸਤਾ ਲੱਭੇ ਨਾ, ਤੇ ਸਾਹਮਣੇ ਕੁਟੀਆ ਨਜ਼ਰ ਆ ਗਈ। ਕਹਿੰਦਾ ਕੁਟੀਆ ਤੇ ਬੜੀ ਸੋਹਣੀ ਬਣੀ ਏ, ਚਲੋ ਇੱਥੇ ਹੀ ਵਿਸ਼ਰਾਮ ਕਰ ਲੈਂਦੇ ਆ। ਜਦੋਂ ਕੁਟੀਆ 'ਚ ਵੜਨ ਲੱਗਾ, ਵੇਖਿਆ ਕਿ ਲਿੱਦ ਦੇ ਢੇਰ ਪਏ ਹੋਏ ਨੇ। ਕਹਿੰਦਾ ਇਹ ਕਿਹੜੀ ਜਗ੍ਹਾ, ਐਸੀ ਕਿਹੜੀ ਕੁਟੀਆ ਹੈ ਜਿਹਦੇ ਬਾਹਰ ਲਿੱਦ ਹੀ ਲਿੱਦ ਪਈ ਹੋਈ ਹੈ ਘੋੜੇ ਦੀ। ਅੰਦਰ ਜਾਂਦਾ ਫਕੀਰ, ਸਾਹਮਣੇ ਵੇਖਦਾ। ਫਕੀਰ ਕਹਿੰਦਾ ਆਓ ਰਾਜਾ ਬੈਠੋ। ਕਹਿੰਦਾ ਮੈਂ ਵਿਸ਼ਰਾਮ ਕਰਨਾ ਹੈ ਰਾਤ। ਕਹਿੰਦੇ ਆਓ ਬੈਠੋ, ਵਿਸ਼ਰਾਮ ਵੀ ਕਰੋ, ਲੰਗਰ ਵੀ ਛਕੋ। ਫਕੀਰ ਕਹਿੰਦਾ ਰਾਜਾ ਤੂੰ ਮੈਨੂੰ ਪਛਾਣਿਆ ਨਹੀਂ? ਕਹਿੰਦਾ ਨਹੀਂ। ਕਹਿੰਦਾ ਮੈਂ 4-5 ਸਾਲ ਪਹਿਲਾਂ ਤੇਰੇ ਕੋਲੋਂ ਖੈਰ ਮੰਗਣ ਆਇਆ ਸੀ, ਤੇਰੇ ਕੋਲੋਂ ਮੈਂ ਸੋਨਾ ਤੂੰ ਦਾਨ ਦੇਣਾ ਸੀ ਤੇ ਤੂੰ ਮੈਨੂੰ, ਮੈਂ ਤੇਰੇ ਕੋਲ ਸੋਨਾ ਲੈਣ ਆਇਆ ਸੀ, ਤੂੰ ਮੈਨੂੰ ਮਨਾ ਕਰਤਾ। ਕਹਿੰਦਾ ਹਾਂ ਹੁਣ ਪਛਾਣ ਲਿਆ, ਤੂੰ ਹੀ ਉਹ ਫਕੀਰ ਹੈ? ਕਹਿੰਦਾ ਹਾਂ। ਕਹਿੰਦਾ ਇੱਕ ਗੱਲ ਦੱਸ, ਤੂੰ ਘਰ ਦੇ ਬਾਹਰ ਲਿੱਦ ਇੰਨੀ ਕਿੱਥੋਂ ਇਕੱਠੀ ਕੀਤੀ ਹੋਈ ਹੈ? ਤੇ ਉਹ ਫਕੀਰ ਕਹਿੰਦਾ ਭਈਆ ਰਾਜਾ
ये लिद किसी होर दी नहीं, है तेरी लिद है जो तू मैनू दान दिती है, अज कई गुणा फली पई है। तो राजा कहता फिर इहदा की होएगा? कहता राजन ने तैनू खानी पैनी आ, जे हा बीजै सो लूणै, कर्मा संदड़ा खेत, जे वजह बीजांगे कई गुणा मिलेगा। राजा तो डर गया। अच्छा जे किसी नू यह चीज़ देने आ, अगर कोई चंगी चीज़ देने आ, किसी नू सोना दान देने आ, इन्ना कुछ चंगी गल दो तो चंगा कुछ मिलता है ना। तो जे किसी नाल भैड़ा बोलांगे, किसी नाल इस तरह बदतमीजी नाल आवांगे तो इन्ने गुणा सानू प्राप्त होएगा। फिर डर गया राजा। फिर फकीरां कोल हल भी हुंदे ने। फकीर साईं फिर हल भी दसो। कहंदे ने हल ऐ वे कि जिहड़ा दान दे के तू कन्ना तो वडियाई सुनदा सी ना, अज ये कन्ना तो अपनी निंदा सुन, क्योंकि निंदा भली किसे के नाई, मनमुख मुग्ध करेन। जिहड़ी निंदा है ना वो सुननी बड़ी औखी है। बंदा कोई कारज करे ना, 4 दिन गुरुद्वारे चला जाए या किथे 2 4 10 20 हज़ार रुपया दे दे, वो एक कन्ना तो फिर वडियाई सुनना चाहता है। तो उन्हें कहा फकीर राजा हुण तू जिहड़ा कुछ दान भी देना है ना, गुरु घर ही दान नहीं होंदा, गुरु घर ही भेटा होंदी। दान हमेशा मंगते नूं दिता जांदा, अपने तो छोटा। कदी ना क्या करो गुरु घर मैं दान दे के आया। गुरु कोई मंगता थोड़ी है। ਇਹਦਾ मतलब है ਅਸੀਂ दान किनू देने आ? मंगते नूं। ते गुरु ते दाता है, ਉਹਦੀਆਂ ਦਾਤਾਂ ਵਿੱਚ ਅਸੀਂ ਦੇ ਰਹੇ ਹਾਂ। ਗੁਰੂ ਘਰ ਵਿੱਚ ਭੇਟਾ ਹੁੰਦੀ ਹੈ। ਕਦੀ ਵੀ ਨਹੀਂ ਲਿਖਿਆ ਹੁੰਦਾ ਦਾਨ ਪਾਤਰ, ਉੱਥੇ ਲਿਖਿਆ ਹੁੰਦਾ ਪ੍ਰੇਮ ਭੇਟਾ ਜਾਂ ਮਾਇਆ ਜਾਂ ਗੋਲਕ। ਗੋਲਕ ਦਾ ਨਾਮ ਹੀ ਮਾਇਆ ਹੈ। तो गुरु घर ਵਿੱਚ ਅਸੀਂ ਦਾਨੀ ਬਣ ਕੇ ਨਹੀਂ, ਅਸੀਂ ਭਿਖਾਰੀ ਬਣ ਕੇ ਭੇਟਾ ਕਰਨੀ ਹੈ। फिर की करिए? कहते जी हुण जिथे देना छुपा के दे के आ। सियाणे कहते ने किसी नूं दान देना भी होवे ना, एक हथ तो ते दूजे नूं पता ना लगे। दान जाके दे, रजा के दे ते छुपा के दे। असी सारे काम उल्टे करने आ। असी बुला के देने आ, दिखा के देने आ, ते देंदे भी रजा के नहीं आ। तो कहता फिर कहता तू ऐसा कोई माड़े काम दिखा जिहड़ी लोग तेरी निंदा करन। फिर राजे ने सब नाल जान के कोड़ा बोलना शुरू करता। तो जिन्हां दी गरीबां दी घरां च जाके रात नूं कंबल दे आना, माया सट आनी। हुण लोग जिथे वडियाई करते सी हुण निंदा करन लग पे। निंदा इन्नी हो गई, साल तो राजे दी इन्नी निंदा हुई। फिर साल बाद वो कुटिया ते वेख्या ते सारी लिद खत्म होई पई। जदों असी किसी की निंदा करने आ ना, या गुरु की या गुरु के प्यारिਆਂ की, वो लिद ही चुक रहे ने। वो तुहाडा ते साडा पापां दा ढेर वो साफ कर रहे ने। कबीर साहब एक बारी रो रहे सन, तो दुनिया के लोग कहते तुसी अज तक रोए नहीं, अज क्यों रो रहे हो? तुसी ते सारी उम्र रोए नहीं हो, अज क्यों रो रहे हो? कहते अज मेरा पड़ोसी मर गया। कहते तुहाडे कई घर दे चले गए, तुसी नहीं रोए, अज क्यों रो रहे हो? पड़ोसी करके रो रहे हो। कहते सब तो ज़्यादा मेरी निंदा करता सी, ते हुण मेरी निंदा कौन करेगा? निंदा भली किसे की नाई, मनमुख मुग्ध करेन। मुँह काले तिन्ना निंदका, नरके घोर पवन। तो उन्हें इन्नी निंदा कराई, तो जाके वेख्या लिद खत्म हो गई। तो फकीर नूं कहंदा जी सारी खत्म हो गई है, ये मुट्ठी जिन्नी रह गई है। तो फकीर कहंदा है ये तो राजा तू दित्ती सी, ये तो तैनूं खानी पैनी। ਜਿਹੜੀ तू दित्ती है मुठ भर, ਜਿਹੜੀ ते तू वधाई है वडियाई करके वो तो खत्म हो गई, पर ਜਿਹੜੀ तू दित्ती है तैनूं तो खानी पैनी है। आपे बीज आपे ही खा, तैनूं आपे ही खाना पैना है। तो महाराज अज कुछ इस तरह का ही ख्याल कह रहे हैं कि वो जे काम ना करिए जिदे नाल फरीदा जिन्नी कमी नाहे गुण ते कमड़े विसार। जिन्ना कम्मां विच गुण नहीं ने ना वो कम ना कर। मत शर्मिंदा होए तै थीम दे साईं दे दरबार। तो गुरु महाराज अज यही कह रहे ने, कतक कर्म कमावणे दोष न काहू जोग,
ਕਿਸੇ ਤੇ ਦੋਸ਼ ਨਾ ਮੱਥ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਇੱਕ ਦੂਜਾ ਹੋਰ ਰੋਗ ਲੱਗ ਗਿਆ ਇਨਸਾਨ ਨੂੰ, ਉਹ ਪਰਮੇਸ਼ਰ ਤੋਂ ਭੁੱਲ ਗਿਆ। ਜਿੱਥੇ ਕਰਮ ਮਾੜੇ ਕਰਨੇ ਸ਼ੁਰੂ ਕਰਤੇ ਨਾ, ਪਰਮੇਸ਼ਰ ਤੋਂ ਭੁੱਲ ਗਿਆ। ਪੜ੍ਹਦੇ ਨਾ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੇ ਜਾਂ ਕੋ ਓੜਤ ਹਾਰੀ। ਬਿਨ ਸਿਮਰਨ ਜੋ ਜੀਵਨ ਬਲਨਾ, ਬਿਨਾਂ ਉਹਦੀ ਯਾਦ ਤੋਂ ਜਿਹੜਾ ਜੀਵਨ ਬੀਤ ਹੋ ਰਿਹਾ ਹੈ। ਸਰਪ ਜੈਸੇ ਅਰਜਾਰੀ, ਜਿਸ ਤਰ੍ਹਾਂ ਅਸੀਂ ਉਮਰ ਹੀ ਗੁਜ਼ਾਰ ਰਹੇ ਹਾਂ। ਸੱਪ ਲਟਕੇ ਹੁੰਦੇ ਨਾ ਪੇੜਾਂ ਤੇ ਕਈ ਸਮੇਂ ਤੋਂ 100 ਸਾਲ 200 ਸਾਲ ਆਰਜ ਬਲਾ ਹੁੰਦੀ ਉਹਨਾਂ ਦੀ। ਬਿਨ ਸਿਮਰਨ ਜੋ ਉਮਰ ਅਸੀਂ ਕੱਟ ਰਹੇ ਹਾਂ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋਹਾਰੀ। ਤਾਂ ਗੁਰੂ ਸਾਹਿਬ ਕਹਿੰਦੇ ਨੇ, ਜਿਹੜਾ ਪਰਮੇਸ਼ਰ ਤੋਂ ਭੁੱਲ ਜਾਂਦਾ ਹੈ, ਵਿਆਪਨ ਸਭੇ ਰੋਗ, ਜਿਹੜਾ ਪਰਮਾਤਮਾ ਤੋਂ ਭੁੱਲਦਾ ਹੈ। ਖਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ। ਜਿਨ੍ਹਾਂ ਨੇ ਖਸਮ ਨੂੰ ਵਿਸਾਰ ਦਿੱਤਾ, ਜਿਨ੍ਹਾਂ ਨੇ ਕਈ ਚਿਰ ਹੋ ਜਾਂਦਾ ਹੈ ਰੱਬ ਦੀ ਸੰਗਤ, ਰੱਬ ਦਾ ਨਾਮ ਲਿਆ। ਮੈਂ ਕਹਿੰਦਾ ਕਈ ਐਸੇ ਸਰੀਰ ਨੇ, ਕਈ ਸਿੱਖ ਨੇ ਜਿਨ੍ਹਾਂ ਨੇ ਸਾਲੋ ਸਾਲ ਹੋ ਜਾਂਦੇ ਨੇ ਜਪਜੀ ਸਾਹਿਬ ਦਾ ਪਾਠ ਹੀ ਨਹੀਂ ਕੀਤਾ ਹੁੰਦਾ। ਤੇ ਉਹ ਕੀ ਨੇ? ਕੰਮ ਚੰਗੇ ਕਰ ਰਹੇ ਨੇ, ਕੰਮ ਚੰਗੇ ਕਰ ਰਹੇ ਨੇ, ਪਰ ਉਹ ਚੰਗੇ ਕੰਮਾਂ ਦੇ ਪਿੱਛੇ ਨਾਮ ਸ਼ਾਮਲ ਨਹੀਂ ਹੈ। ਤੀਰਥ ਬਰਤ ਅਰਦਾਨ ਕਰ, ਗੁਰੂ ਤੇਗ ਬਹਾਦਰ ਸਾਹਿਬ ਕਰਦੇ ਅੱਛੇ ਕੰਮ ਪਏ ਨੇ ਤੀਰਥਾਂ ਤੇ। ਬਰਤ ਅਰਦਾਨ ਕਰ, ਮਨ ਮੇ ਧਰੇ ਗੁਮਾਨ। ਹਾਂ, ਗੁਮਾਨ ਜ਼ਰੂਰ ਲੈ ਲੈਂਦੇ ਨੇ ਕਿ ਮੈਂ ਤੀਰਥਾਂ ਤੇ ਮੈਂ ਹਰ ਮਹੀਨੇ ਦਰਬਾਰ ਸਾਹਿਬ ਜਾਂਦਾ ਵਾਂ, ਵਰਤ ਵੀ ਰੱਖ ਰਿਹਾ, ਦਾਨ ਵੀ ਕਰ ਕਰਕੇ ਵਡਿਆਈਆਂ ਲੈ ਰਿਹਾ। ਤੀਰਥ ਬਰਤ ਅਰਦਾਨ ਕਰ, ਮਨ ਮੇ ਧਰੇ ਗੁਮਾਨ। ਗੁਰੂ ਸਾਹਿਬ ਕਹਿੰਦੇ ਨੇ, ਨਾਨਕ ਨੇਫਲ ਜਾਤ ਤੈ ਜਿਉਂ ਕੁੰਚਰ ਇਸ਼ਨਾਨ। ਜਿਸ ਤਰ੍ਹਾਂ ਹਾਥੀ ਤਲਾਬ ਵਿੱਚ ਨਹਾ ਕੇ ਆਉਂਦਾ ਨਾ, ਸੋਹਣਾ ਬਣ ਕੇ ਆਉਂਦਾ, ਉਸੇ ਤਰ੍ਹਾਂ ਬਾਹਰ ਆ ਕੇ ਨਾ ਸੁੰਡ ਵਿੱਚ ਧੂੜ ਮਿੱਟੀ ਲੈਂਦਾ, ਛਾਰ ਲੈਂਦਾ, ਸਾਰੇ ਪਿੰਡੇ ਤੇ ਪਾ ਦਿੰਦਾ ਹੈ। ਉਹਦਾ ਇਸ਼ਨਾਨ ਕੀਤਾ ਬੇਕਾਰ ਹੈ। ਗੁਰੂ ਸਾਹਿਬ ਕਹਿੰਦੇ ਨੇ, ਜੇ ਤੂੰ ਜਿੰਨੇ ਚੰਗੇ ਕੰਮ ਕਰ ਰਹੇ ਹੈ, ਪਰ ਜੇ ਉਹਦੇ ਵਿੱਚ ਨਾਮ ਸ਼ਾਮਲ ਨਹੀਂ ਹੈ ਨਾ, ਤਾਂ ਹੀ ਮਾਰਨ ਕਿਹਾ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਜਿਹੜੇ ਮਾੜੇ ਕੰਮ ਨੇ ਤੇਰੇ ਕਿਸੇ ਕੰਮ ਨਹੀਂ ਆਣੇ। ਮਿਲ ਸਾਧ ਸੰਗਤ ਭਜ ਕੇਵਲ ਨਾ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਬੜੇ ਰੋਗ ਲੱਗ ਜਾਂਦੇ ਨੇ ਜਦੋਂ ਰੱਬ ਤੋਂ ਭੁੱਲੋ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਆਏ। ਸਰੀਰ ਨੂੰ ਤੇ ਲੱਗ ਜਾਂਦੇ ਨੇ ਬਿਮਾਰੀਆਂ ਦੇ ਰੋਗ, ਤੇ ਮਨ ਨੂੰ ਲੱਗ ਜਾਂਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਰੋਗ। ਮਨ ਸੋਗੀ ਹੋ ਜਾਂਦਾ ਹੈ, ਤਨ ਰੋਗੀ ਹੋ ਜਾਂਦਾ ਹੈ। ਫਿਰ ਡਾਕਟਰਾਂ ਦੇ ਚੱਕਰਾਂ 'ਚ ਬੈਠਾ ਰਹਿੰਦਾ ਹੈ, ਤੇ ਮਨ ਜਿਹਦੇ ਕਰਕੇ ਆਤਮਿਕ ਰੋਗ। ਇੱਕ ਤੇ ਮੌਤ ਹੁੰਦੀ ਹੈ ਜਿਹੜੀ ਸਭ ਨੇ ਮਰਨਾ ਹੈ। ਇੱਕ ਮੌਤ ਐਸੀ ਹੁੰਦੀ ਹੈ ਜਿਹੜਾ ਬੰਦਾ ਦਿਨ 'ਚ ਕਿੰਨੀ ਵਾਰ ਮਰਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ, ਜਦੋਂ ਪਰਮੇਸ਼ਰ ਤੋਂ ਭੁੱਲਿਆ ਬੰਦਾ, ਇਸ ਤਰ੍ਹਾਂ ਜਾਣੋ ਕਿ ਵਿਆਪਨ ਸਭੇ ਰੋਗ। ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਦੋਂ ਰਾਮ ਤੋਂ ਵਾਹਿਗੁਰੂ ਤੋਂ, ਇੱਥੇ ਰਾਮ ਦਾ ਮਤਲਬ ਵਾਹਿਗੁਰੂ, ਜਿਹੜਾ ਰਾਮ ਤੋਂ ਬੇਮੁਖ ਹੋ ਜਾਂਦਾ, ਜਿਹਨੇ ਮੁਖ ਰਾਮ ਤੋਂ ਮੋੜ ਲਿਆ, ਉਹਨੂੰ ਜਨਮਾਂ ਦੇ ਵਿਜੋਗ ਲੱਗ ਜਾਂਦੇ ਨੇ। ਆਉਂਦਾ ਨਾ ਜਪਜੀ ਸਾਹਿਬ ਵਿੱਚ, ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਵਿਜੋਗ ਹੁੰਦਾ ਵਿਛੋੜਾ, ਤੇ ਸੰਜੋਗ ਹੁੰਦਾ ਮਿਲਾਪ। ਮਿਲਾਪ ਵਿੱਚ ਹੁੰਦੀ ਖੁਸ਼ੀ, ਤੇ ਵਿਜੋਗ ਵਿੱਚ ਹੁੰਦਾ ਦੁਖਦਾਈ। ਇਹਨੂੰ ਹੋਰ ਸੌਖਾ ਸਮਝੀਏ। ਕੋਈ ਬੰਦਾ ਸ਼ਰਾਬ ਪੀਂਦਾ ਹੈ, ਐਗਜ਼ਾਮਪਲ ਹੈ। ਕੋਈ ਕਿਸੇ ਬੱਚੀ ਨੇ ਮੇਰੇ ਕੋਲ ਸਵਾਲ ਕੀਤਾ ਸੀ ਕਿ ਸੰਜੋਗ ਵਿਜੋਗ ਕੀ ਡੈਫੀਨੇਸ਼ਨ ਹੈ। ਤੇ ਕਈ ਵਾਰੀ ਗੁਰੂ ਸਾਹਿਬ ਵੀ ਦੇਖੋ ਸਾਨੂੰ, ਜਿਸ ਤਰ੍ਹਾਂ ਨਾਮ ਜਪਣ ਦੀ ਗੱਲ ਕਰਦੇ ਨੇ, ਭਰੀਏ ਹੱਥ ਪੈਰ ਤੰਦੇ, ਕਿੰਨੇ ਛੋਟੇ ਔਰ ਦੁਨਿਆਵੀ ਐਗਜ਼ਾਮਪਲ ਦੇ ਕੇ ਕਿ ਹੱਥ ਗੰਦੇ ਨੇ ਪਾਣੀ ਨਾਲ ਧੋ ਲਓ, ਕੱਪੜਾ ਮੈਲਾ ਉਹਨੂੰ, ਸਰੀਰ ਮੈਲਾ ਉਹਨੂੰ ਅਸੀਂ ਸਾਬੂ ਨਾਲ ਧੋ ਲਓ, ਪਰ ਜੇ ਮੱਤ ਮੈਲੀ ਉਹ ਨਾਮ ਨਾਲ ਧੁੱਤੀ ਜਾਏਗੀ। ਤੇ ਐਗਜ਼ਾਮਪਲ ਦਿੱਤੇ। ਤੇ ਗੁਰੂ ਸਾਹਿਬ ਸਾਨੂੰ ਨਾ ਛੋਟੇ ਛੋਟੇ ਐਗਜ਼ਾਮਪਲ ਦੇ ਕੇ ਸਮਝਾਉਂਦੇ ਨੇ ਸੰਜੋਗ ਤੇ ਵਿਜੋਗ ਕੀ ਹੈ।
ਇੱਕ ਬੰਦਾ ਸ਼ਰਾਬ ਪੀਂਦਾ ਹੈ, ਪਰ ਜਦੋਂ ਉਹਨੇ ਕਦੀ ਸੰਗਤ ਕੀਤੀ ਉਹਨੂੰ ਆਨੰਦ ਆਉਣਾ ਸ਼ੁਰੂ ਹੋ ਗਿਆ। ਜਿੱਥੇ ਰਾਤੀ ਬੋਤਲ ਖੋਲ੍ਹਦਾ ਸੀ, ਹੁਣ ਉਹਨੇ ਕੀ ਕੀਤਾ, ਹੁਣ ਉਹਨੇ ਗੁਟਕਾ ਪੜ੍ਹ ਕੇ ਤੇ ਸੋਦਰ ਰਹਿਰਾਸ ਸਾਹਿਬ ਦਾ ਪਾਠ ਕਰਨ ਲੱਗ ਪਿਆ, ਸੰਗਤ ਕਰਨ ਲੱਗ ਪਿਆ, ਗੁਰਦੁਆਰੇ ਜਾਣ ਲੱਗ ਪਿਆ। ਤੇ ਕੀ ਹੋਇਆ, ਜਿਹੜੇ ਸਾਥੀ ਸੀ ਉਹਦੇ ਨਾਲ ਵਿਜੋਗ ਹੋ ਗਿਆ ਤੇ ਸੰਜੋਗ ਹੋ ਗਿਆ ਵਾਹਿਗੁਰੂ ਦੇ ਨਾਲ। ਜਿਸ ਤਰ੍ਹਾਂ ਕੋਈ ਬੱਚਾ ਤੁਸੀਂ ਬਾਹਰ ਭੇਜਦੇ ਹੋ ਫਾਰਨ, ਬੱਚੇ ਦਾ ਮਾਂ ਪਿਓ ਤੋਂ ਵਿਜੋਗ ਹੋ ਜਾਂਦਾ ਹੈ, ਜਦੋਂ ਬਾਹਰ ਜਾਂਦਾ ਹੈ ਉੱਥੇ ਸੰਜੋਗ ਹੋ ਜਾਂਦਾ ਹੈ। ਹਾਂ, ਇਹੀ ਬੱਚਾ ਪੜ੍ਹ ਕੇ 4-5 ਸਾਲ ਬਾਅਦ ਕੁਝ ਬਣ ਕੇ ਆਉਂਦਾ ਹੈ, ਜਿੱਥੋਂ ਛੋੜਦਾ ਹੈ ਉੱਥੇ ਵਿਜੋਗ ਹੋ ਜਾਂਦਾ ਹੈ। ਜਦੋਂ ਆ ਕੇ ਮਾਂ ਨੂੰ ਮਿਲਦਾ ਹੈ ਤੇ ਕੀ ਹੁੰਦਾ, ਉਹ ਸੰਜੋਗ ਹੋ ਜਾਂਦਾ ਹੈ। ਸੰਜੋਗ ਹੈ ਮਿਲਣਾ। ਜਦੋਂ ਬੰਦਾ ਵਿਕਾਰਾਂ ਵਿੱਚ ਹੁੰਦਾ ਹੈ, ਉੱਥੋਂ ਤੋਬਾ ਕਰ ਲੈਂਦਾ ਹੈ ਤੇ ਵਿਕਾਰਾਂ ਨਾਲ ਤੇ ਹੋ ਗਿਆ ਵਿਜੋਗ। ਤੇ ਜਦੋਂ ਦੈਵਿਕ ਗੁਣਾਂ ਨਾਲ ਸਾਂਝ ਪਾ ਲੈਂਦਾ ਹੈ ਤੇ ਦੈਵਿਕ ਗੁਣਾਂ ਨਾਲ ਹੋ ਜਾਂਦਾ ਹੈ ਸੰਜੋਗ। ਤਾਂ ਮਹਾਰਾਜ ਕਹਿੰਦੇ ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਇੱਥੇ ਮਹਾਰਾਜ ਇਹੀ ਕਹਿ ਰਹੇ ਨੇ, ਜਿਹੜੇ ਰਾਮ ਤੋਂ ਵੇਮੁਖ ਹੋ ਜਾਂਦੇ ਨੇ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਉਹਨਾਂ ਨੂੰ ਜਨਮਾਂ ਦੇ ਵਿਜੋਗ ਲੱਗ ਜਾਂਦੇ ਨੇ, ਇੱਕ ਜਨਮ ਦੇ ਨਹੀਂ ਹੈ। ਅੱਜ ਕੋਈ ਦੁੱਖ ਭੋਗ ਰਿਹਾ ਨਾ, ਕੋਈ ਕਹੇ ਕਿ ਮੈਂ ਇਸ ਜਨਮ ਹੀ ਕੁਛ ਨਹੀਂ, ਪਿਛਲੇ ਜਨਮਾਂ ਦਾ ਵੀ ਬੜਾ ਹਿਸਾਬ ਹੈ, ਕਈ ਜਨਮਾਂ ਦਾ ਹਿਸਾਬ ਹੈ। ਤਾਂ ਗੁਰੂ ਸਾਹਿਬ ਅੱਗੋਂ ਕਹਿੰਦੇ ਨੇ, ਖਿਨ ਮੇ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿੰਨੇ ਵੀ ਮਾਇਆ ਦੇ ਰਸ ਅਸੀਂ ਇਕੱਠੇ ਕੀਤੇ ਨੇ ਨਾ, ਕਮਾਈਆਂ ਗਲਤ ਕਰ ਕਰਕੇ, ਲੋਕਾਂ ਦਾ ਖੂਨ ਚੂਸ ਚੂਸ ਕੇ, ਖਿਨ ਭਰ ਵਿੱਚ ਕੋੜੇ ਹੋ ਜਾਂਦਾ ਹੈ। ਤੁਸੀਂ ਕਹੋਗੇ ਉਹ ਕਿਵੇਂ ਕੋੜਾ ਹੋ ਗਿਆ? ਇਹਨੂੰ ਐਗਜ਼ਾਮਪਲ ਲੈ ਲਓ। ਇੱਕ ਬੱਚਾ ਹੈ ਘਰ ਦੇ ਵਿੱਚ, ਤੁਹਾਡੇ 2-3 ਬੱਚੇ ਜਾਂ ਇੱਕ ਬੱਚਾ ਜੋ ਵੀ ਹੈ ਪਰਿਵਾਰ ਦਾ, ਤੁਸੀਂ ਉਹਨਾਂ ਦੀ ਖਾਤਰ ਬੜੀ ਮਸ਼ੱਕਤ ਕੀਤੀ, ਆਪ ਸਧਾਰਨ ਲਾਈਫ ਬਿਤਾ ਕੇ ਬੱਚੇ ਨੂੰ ਇੱਕ ਮੁਕਾਮ ਤੇ ਪਹੁੰਚਣ ਵਾਸਤੇ ਆਪਣੀਆਂ ਜ਼ਰੂਰਤਾਂ ਘਟਾ ਕੇ ਬੱਚੇ ਨੂੰ ਉਸ ਮੁਕਾਮ ਤੱਕ ਪਹੁੰਚਣ ਦਾ ਤੁਸੀਂ ਇੱਕ ਮਿਹਨਤ ਕੀਤੀ। ਮੈਂ ਤਾਂ ਕਈ ਵਾਰ ਐਗਜ਼ਾਮਪਲ ਦਿੰਦਾ, ਮਾਂ ਜਾਂ ਪਿਓ ਜਦੋਂ ਗਰਮੀਆਂ ਦੇ ਵਿੱਚ ਬੱਚੇ ਨੇ 1:30 ਵਜੇ ਦੀ ਬੱਸ 'ਤੇ ਆਉਣਾ ਹੈ ਤੇ ਬਾਹਰ ਰੋਡ 'ਤੇ ਮਾਂ ਪਿਓ ਖੜ੍ਹੇ ਹੁੰਦੇ ਨੇ, ਤੇ ਕਈ ਵਾਰੀ ਬੱਸ ਲੇਟ ਵੀ ਹੋ ਜਾਂਦੀ ਹੈ, ਅੱਧਾ ਘੰਟਾ ਮਾਂ ਪਿਓ ਦੇਖਦੇ ਹੋ, ਤੁਸੀਂ ਦੇਖਦੇ ਹੀ ਹੋ, ਪਰ ਬੱਚੇ ਦੇ ਕਿੰਨਾ ਤੁਸੀਂ ਕਰਦੇ ਹੋ। ਆਪ ਬ੍ਰਾਂਡਡ ਕੱਪੜੇ ਨਹੀਂ ਪਾਣੇ, ਚੱਪਲ ਨਹੀਂ ਪਾਣੀ, ਸ਼ੂ ਨਹੀਂ ਪਾਣੀ, ਬੱਚੇ ਨੂੰ ਵਧੀਆ ਕੱਪੜੇ ਦੇਣੇ ਹਰ ਇੱਕ ਦੀ ਇੱਛਾ ਹੈ। ਤਾਂ ਮਹਾਰਾਜ ਇੱਥੇ ਕਹਿੰਦੇ ਨੇ, ਖਿਨ ਮੇ ਕੋੜੇ ਹੋਏਗੇ ਜਿਤੜੇ ਮਾਇਆ ਭੋਗ। ਹੁਣ ਮਾਇਆ ਦੀ ਖਾਤਰ ਅਸੀਂ ਕਿਤਨਾ ਬੱਚੇ ਨਾਲ ਪਿਆਰ ਕੀਤਾ, ਪਰ ਉਹ ਖਿਨ ਵਿੱਚ ਕੋੜੇ ਪਤਾ ਕਦੋਂ ਹੋ ਗਏ? ਜਦੋਂ ਬੱਚਾ ਪੂਰੇ ਮੁਕਾਮ ਤੇ ਪਹੁੰਚ ਗਿਆ ਨਾ, ਤੇ ਵੱਡਾ ਹੋ ਕੇ ਕਹਿੰਦਾ ਹੈ, ਪਾਪਾ ਮਾਤਾ ਤੂੰ ਮੇਰੇ ਵਾਸਤੇ ਕੀਤਾ ਕੀ ਹੈ? ਤਾਂ ਗੁਰੂ ਮਹਾਰਾਜ ਕਹਿੰਦੇ ਨੇ ਖਿਨ ਵਿੱਚ ਕੋੜੇ ਹੋ ਗਏ। ਫਿਰ ਬੰਦਾ ਮੱਥੇ ਤੇ ਹੱਥ ਮਾਰਦਾ, ਭਾਈ ਇਹਨਾਂ ਖਾਤਰ ਮੈਂ ਆਪਣੇ ਕੀਮਤੀ ਸਵਾਸਾਂ ਨੂੰ, ਆਪਣੀ ਜ਼ਰੂਰਤਾਂ ਨੂੰ ਘਟਾ ਦਿੱਤਾ, ਸਵਾਸ ਮੈਂ ਇਹਨਾਂ ਦੇ ਖਾਤਰ ਲਾ ਦਿੱਤੇ, ਪਰ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਕਰਕੇ ਮੈਂ ਆਪਣੇ ਜੀਵਨ ਦੀ ਬਾਜੀ ਨੂੰ ਖਤਮ ਕਰ ਦਿੱਤਾ। ਤੇ ਜਦੋਂ ਮਾਤਾ ਨੂੰ, ਪਿਓ ਨੂੰ ਬੱਚਾ ਇਹ ਕਹਿ ਦਿੰਦਾ ਨਾ, ਪਿਤਾ ਜੀ, ਡੈਡ, ਫਾਦਰ, ਕਿ ਤੁਸੀਂ ਮੇਰੇ ਵਾਸਤੇ ਜ਼ਿੰਦਗੀ ਵਿੱਚ ਕੀਤਾ ਕੀ ਹੈ? ਤੇ ਫਿਰ ਮਾਂ ਬੋਲਦੀ ਹੈ, ਕਦੀ ਪਿਓ ਦੀ ਜੁੱਤੀ ਵੇਖੀ ਆ? ਥੱਲੋਂ ਆਪਣੀ ਜੁੱਤੀ ਨਹੀਂ ਉਹਨੇ ਲਈ, ਤੈਨੂੰ ਅੱਛੇ ਸ਼ੋਰੂਮ ਤੇ ਲੈ ਕੇ ਗਿਆ ਹੈ। ਤਾਂ ਮਹਾਰਾਜ ਕਹਿੰਦੇ ਨੇ, ਮਿੱਠਾ ਕਰਕੇ ਖਾਇਆ ਕੋੜਾ ਉਪਜਿਆ ਸਾਧ। ਖਾਧਾ ਤੇ ਮਿੱਠਾ ਕਰਕੇ ਸੀ, ਪਰ ਕੋੜਾ ਹੋ ਕੇ ਨਿਕਲਿਆ। ਦੁਨੀਆ ਦੀ ਫਿਤਰਤ ਹੀ ਆਈ ਹੋਈ ਹੈ, ਚੰਗਾ ਬਣੋਗੇ ਤੇ ਸਾਹਮਣੇ ਵਾਲਾ ਤੁਹਾਨੂੰ ਇਸ ਤਰ੍ਹਾਂ ਦਾ ਕਰੇਗਾ। ਤਾਂ ਗੁਰੂ ਮਹਾਰਾਜ ਕੀ ਕਹਿੰਦੇ ਨੇ, ਖਿਨ ਮੇ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨ ਕੋਈ ਕਰ ਸਕੈ ਕਿਸ ਤੈ ਰੋਵਹਿ ਰੋਜ਼। ਹੁਣ ਅਵਸਥਾ ਐਸੀ ਬਣ ਗਈ, ਕਰਮਾਂ ਕਰਕੇ ਵਿਛੜ ਗਏ, ਔਰ ਇਤਨੀਆਂ ਮਾੜੀਆਂ ਆਦਤਾਂ ਪੈ ਗਈਆਂ ਕਿ ਉਹਦੇ ਵਿੱਚ ਉਹਲਾ ਵੀ ਕੋਈ ਨਹੀਂ ਪਿਆ। ਜਦੋਂ ਬੰਦੇ ਦਾ ਸੰਸਾਰ ਤੋਂ ਵਿਸ਼ਵਾਸ ਟੁੱਟ ਜਾਂਦਾ ਹੈ ਨਾ, ਕਿ ਇਹ ਬੰਦੇ ਨੇ ਫਲਾਣੇ ਦਾ ਵੀ ਮਾਇਆ ਖਾਧੀ ਹੈ, ਇਹਦੀ ਵੀ ਖਾਧੀ ਹੈ, ਫਿਰ ਉਹਦਾ ਕੋਈ ਜਾਮਣ ਨਹੀਂ ਭਰਦਾ, ਵਿੱਚ ਕੋਈ ਉਹਨੂੰ ਗਰੰਟੀ ਨਹੀਂ ਦਿੰਦਾ ਕਿ ਜਾ ਵੀ ਅਸੀਂ ਤੇਰੇ ਵਾਸਤੇ ਖੜੇ ਹਾਂ। ਗੁਰੂ ਸਾਹਿਬ ਕਹਿੰਦੇ ਨੇ, ਜਦੋਂ ਪਰਮਾਤਮਾ ਤੋਂ ਵਿਸ਼ਵਾਸ ਖੋਹ ਲੈਂਦਾ ਹੈ,
विच ना कोई कर सकै। मैं पहला कहा कर्म करन दी आज़ादी है सानू, माड़ा करो चंगा करो कोई नहीं रोकेगा परमात्मा, पर जदों फल मिलेगा उदों तुहाडी पेशी नहीं जाएगी, तुहाडी आज़ादी नहीं रहेगी। उदों फिर परमात्मा अपनी मौज दे नाल जेव जे कर्म कीते होणगे कर्मी आपो अपनी के नेड़े के दूर, तो फिर उस वेले किसे ने तेरे विचोले ने बांह नहीं फड़नी। विच न कोई कर सकै किस तै रोवे रोज, कीता किछु ना होवे लिखिया धुर संजोग। किसी ने कुछ नहीं करना, जो संजोग धुरों लिखिया होया है तेरे मत्थे ते तैनूं ओही कुछ फिर इत्थे लभेगा। तो गुरु साहब कहते ने वड भागी मेरा प्रभ मिलै तां उतरे सब वियोग। कहते ने उहदे भाग वड्डे हुंदे ने जिन्हों प्रभु वाहिगुरु राम जी परमात्मा मिल जाता है, उहदे सारे चिंते झोरे सब मुक जाते हैं। कदों उहदे कर्म भी चंगे हो जाते हैं, जदों गुरु खुश हुंदा है ना तो उन्होंने संगत विच भेज दिंदा है। तो जिन्हें खुआर करना होवे, जदों उहदे चंगे दैविक गुण खोने होण कि मैं कीता, तो की करदा है जिसनों आप खुआए करता खुसले चंगियाई। जदों रब के उत्ते तुसी हंकार हो जाओगे, सानू हंकार आ जाएगा ना, रब तुहाडे चंगे गुण खोलेगा, तुहाडी सेहत खोलेगा, तुहाडू नितनेम नहीं होएगा। कईयां नूं मैं सुनना अजकल जपजी साहब पाठ करन दा दिल ही नहीं करता, संगत जान दा दिल ही नहीं करता। क्यों? क्योंकि उन्हें कृपा की छड़ी हटा दी है तेरे उत्तों। तो जद तक उहदी मेरे वड भागी मेरा प्रभ मिले तां उतरे सब वियोग। कहते ने फिर मेरे सारे वियोग उतर गए, नानक को प्रभ राख ले मेरे साहिब बंदी मोच। हे नानक वड्डे सतगुरां दी, गुरु अर्जन देव पातशाह कवि छाप की मोहर लाते हुए नानक का कक्का मुकता है। गुरु साहब उस कवि छाप की गुरु नानक पातशाह की मान देंदे हुए गुरु नानक पातशाह नूं कि नानक पातशाह की कह रहे ने, नानक को प्रभ राख ले। ये हुण साडे वास्ते गुरु साहब कहंदे ने इन्हां जियां नूं रख लै, राख राख शरण प्रभ अपनी अगन सागर विकराला, नानक के सुख दाते सतगुर हम तुमरे बाल गोपाला। इनू रख लो, इन्हों राख लियो भाई मेरे को प्रभ अगे अरदास। तो मारे कहते ने मेरे साहिब बंदी मोच, क्योंकि मेरा जिहड़ा साहिब है वो सानू विकारां दे बंधना तो मोच मुक्त कराण वाला है, छुड़ाण वाला है। वो बंदी छोड़ है, ग्वालियर तो छड़ाए नहीं सी गुरु हरगोबिंद पातशाह ने। 52 राजे जिहड़े नरक भोग रहे सन, पर जदों महाराज ग्वालियर जाके उस जेल दे विच दरअसल उन्हां दी बंद खलासी करन आए सन, जिथे बंधना तो मुक्त करांदे ने। अगन सागर बूडत संसारा, नानक बाहां पकड़ सतगुर निस्तारा। मेरे साहिब बंदी मोच। हुण गुरु महाराज ये पौड़ी का तत्त सार दस रहे ने, क्योंकि अक्सर बेनती करने आ कोई शब्द रहाओ दा होए उहदा कनकलूजन उहदा जिहड़ा केंद्री भाव है सेंट्रल आइडिया वो रहाओ की पंक्ति च हुंदा है। ये पौड़ियां दा भाव अखीर विच गुरु पातशाह पौड़ी के अखीर विच फैसला दे रहे हैं। ये नहीं कि गुरु साहब डरा रहे हैं कि ये हो जाएगा ये हो जाएगा, गुरु साहब फैसला भी देंदे ने, सानू उहदा हल भी दसते ने। फिर महाराज की करिए जे साडे कर्म माड़े ने, असी चंगे कर्म नहीं कीते, कर्मा करके असी विछड़े हाँ, किरत कर्म के विछड़े कर किरपा मेलो राम। हुण गुरु साहब कहते ने देखो बाणी डरांदी नहीं है, बाणी सुचेत करती है। किसी हिल स्टेशन पर जाओ ना, उत्थे लिखिया हुंदा 14,000 20,000 वोल्ट, वो डरा नहीं रहे, सुचेत कर रहे हैं भाई अगे खतरा है। गुरु साहब सानू बाणी डरांदी नहीं सुचेत करती है। तो हुण गुरु साहब हल दस रहे हैं, कहते ने कतक होवै साध संग बिनसे सभे मोच। कहते ने कतक दे महीने च जे जीवन जाच सीखनी जे ना, अपने कर्म चंगे करने जे, ते ये सत संगत दा लड़ फड़ लो। मेरे माधो जी सत संगत मिले सुतरिया, ये सत संगत कर लो, की होएगा? बिन से सभे सोच, बिन से बिनस जाणगे, खत्म हो जाणगे, मुक जाणगे सभे सोच। भाव तेरे फिकर चिंता झोरे जेड़े तैनू रोज सताउंदे ने, तेरे कर्म माड़े करते ने, पर जदों तू सत संगत विच आ जाएगा, क्योंकि सत संगत ऐसी है कि जिथे आके साध संग मल लाथी पार ब्रह्म भयो साथी।
ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ। ਸਤ ਸੰਗਤ ਵਿੱਚ ਆ ਕੇ ਸਾਡੇ ਵਿਕਾਰਾਂ ਦੀ ਮੈਲ ਉਤਰਦੀ ਹੈ। ਇੱਥੋਂ ਤੱਕ ਇੱਕ ਜਗ੍ਹਾ ਤੇ ਗੁਰੂ ਸਾਹਿਬ ਕਹਿੰਦੇ ਨੇ, ਅਗਰ ਤੂੰ ਸੰਗਤ ਮਨ ਕਰਕੇ, ਮੈਂ ਅਕਸਰ ਬੇਨਤੀ ਕਰਨਾ, ਸੁਰਤ ਕਰਕੇ ਬੈਠਿਆ ਕਰੋ। ਕੋਈ ਕੀ ਕਰ ਰਿਹਾ ਸਾਨੂੰ ਨਹੀਂ ਮਤਲਬ, ਕਿਉਂਕਿ ਕਰਮ ਤੁਹਾਡਾ ਆਪਣਾ ਹੈ। ਉਹ ਤੁਹਾਡੇ ਵੱਲ ਕੋਈ ਵੀ, ਅਗਰ ਤੁਸੀਂ ਦੂਜੇ ਤੀਜੇ ਵੱਲ ਵੇਖ ਰਹੇ ਹੋ ਤਾਂ ਕहीं ਵੀ ਮੈਂ ਗੁਰਦੁਆਰੇ ਵੇਖਣਾ, ਫਲਾਣੇ ਨੂੰ ਵੇਖ ਰਹੇ ਨੇ ਉਹਨਾਂ ਨਹੀਂ, ਤੁਸੀਂ ਆਪਣੇ ਆਪ ਨੂੰ ਵੇਖੋ। ਤੇ ਫਿਰ ਗੁਰੂ ਸਾਹਿਬ ਕੀ ਕਹਿੰਦੇ ਨੇ, ਹਰ ਜਨ ਰਾਮ 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 ਧਿਆਏ, ਏਕ ਪਲਕ ਸੁਖ ਸਾਧ ਸਮਾਗਮ, ਕੋਟ ਬੈਕੁੰਠੇ ਪਾਏ। ਇੱਕ ਪਲਕ, ਅੱਖ ਦੇ ਪਲਕਣ ਜਿੰਨਾ ਵੀ ਸਮਾਗਮ ਦੇ ਵਿੱਚ ਤੁਹਾਡਾ ਚਿੱਤ ਲੱਗ ਗਿਆ ਨਾ, ਇਹ ਫਾਰਮੈਲਿਟੀ ਵਾਲਾ ਕੰਮ ਨਹੀਂ ਜੇ, ਇਹਨੂੰ ਕੋਈ ਹਲਕੇ 'ਚ ਨਾ ਲੈਣਾ। ਇਹ ਉਹ ਵੇ ਕਰੋੜਾਂ ਬੈਕੁੰਠਾਂ ਦਾ ਲਾਭ। ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ बीच ਨਾ ਆਇਓ। ਸੋ ਮਹਾਰਾਜ ਨੇ ਕਿਰਪਾ ਕਰਕੇ ਇਸ ਕੱਤਕ ਦੇ ਮਹੀਨੇ ਵਿੱਚ ਸਾਨੂੰ ਦੱਸਿਆ ਕਿ ਕਰਮ ਜਿਹੜੇ ਤੁਸੀਂ ਕਰ ਰਹੇ ਹੋ ਉਹਦਾ ਕਿਸੇ ਤੇ ਦੋਸ਼ ਨਾ ਮਿਥੋ, ਉਹ ਤੁਹਾਡੇ ਹੀ ਕਰਮ ਨੇ, ਤੁਸੀਂ ਭੋਗ ਰਹੇ ਹੋ। ਕਿਸੇ ਦੇ ਕਾਰਨ ਕਈ ਕਹਿੰਦੇ ਜੀ ਪੜੋਸੀ ਕਰਕੇ ਹੋ ਗਿਆ, ਮੇਰੇ ਭਰਾ ਨੇ ਮੇਰਾ ਐਵੇਂ ਕੀਤਾ ਤਾਂ ਹੋ ਗਿਆ। ਨਹੀਂ ਭਾਈ, ਤੇਰੇ ਕਰਮਾਂ ਕਰਕੇ ਤੈਨੂੰ ਇਹ ਸਜ਼ਾਵਾਂ ਜਾਂ ਖੁਸ਼ੀਆਂ ਮਿਲ ਰਹੀਆਂ ਨੇ। ਕਰਮ ਚੰਗੇ ਕਰਨ ਵਾਸਤੇ ਗੁਰੂ ਨੇ ਕਿਹਾ ਫਿਰ ਆ ਜਾਓ ਸਤ ਸੰਗਤ ਦੇ ਕਿਲੇ ਵਿੱਚ ਆ ਕੇ, ਉੱਥੇ ਇਕਾਗਰ ਨਾਲ ਹੋ ਕੇ ਜਦੋਂ ਤੁਸੀਂ ਬੈਠੋਗੇ ਕੀ ਹੋਏਗਾ, ਬਿਨਸੇ ਸਭੇ ਸੋਚ, ਸਾਡੇ ਸਾਰੇ ਚਿੰਤਾਵਾਂ ਗੁਰੂ ਆਪਣੇ ਤੇ ਲੈ ਲਏਗਾ। ਦੁੱਖ ਪਰ ਹਰ ਸੁਖ ਘਰ ਲੈ ਜਾਏ। ਮਹਾਰਾਜ ਅਕਸਰ ਕਹਿੰਦੇ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੇ ਜੰਤੂ ਪਾਇਨ ਤਿਨਾ ਵੀ ਰੋਜੀ। ਕਾਹੇ ਦੀ ਚਿੰਤਾ ਕਰ ਰਹੇ ਹੈ? ਇਹ ਤੇ ਚਿੰਤ ਰਹੋ, ਤੂੰ ਹਮੇਸ਼ਾ ਅਚਿੰਤ ਰਹੋ, ਤੁਸੀਂ ਹਮੇਸ਼ਾ ਚਿੰਤ ਰਹੋ। ਚਿੰਤਾ ਤੇ ਪਰਮਾਤਮਾ ਦੀ, ਜਿਹਨੇ ਤੈਨੂੰ ਪੈਦਾ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਜਿਹਨੇ ਤੈਨੂੰ ਪੈਦਾ ਕੀਤਾ ਹੈ, ਚਿੰਤਾ ਤੇ ਉਹਦੀ ਹੈ। ਜੇ ਉਹ ਦੁਨੀਆ ਸੰਸਾਰ ਨੂੰ ਵੇਖ ਰਿਹਾ, ਬ੍ਰਹਮੰਡਾਂ ਨੂੰ ਵੇਖ ਰਿਹਾ, ਤੇ ਤੇਰੇ ਵੱਲ ਨਹੀਂ ਵੇਖ ਰਿਹਾ, ਉਹ ਤੇਰੇ ਵੱਲ ਵੀ ਵੇਖ ਰਿਹਾ। ਤੋ ਇਸ ਕਰਕੇ ਗੁਰੂ ਸਾਹਿਬ ਨੇ ਬੜਾ ਸੁੰਦਰ ਹੱਲ ਵੀ ਦਿੱਤਾ। ਦੁਨੀਆ ਦੇ ਜਿਹੜੇ ਪੀਰ ਪੈਗੰਬਰ ਨੇ ਨਾ, ਉਹ ਪੰਬਰ ਭੂਸੇ 'ਚ ਪਾ ਦਿੰਦੇ ਨੇ, ਬਈ ਇਹ ਹੋ ਗਿਆ ਹੋ ਗਿਆ। ਗੁਰੂ ਸਾਹਿਬ ਨਾਲ ਉਹਦਾ ਹੱਲ ਵੀ ਦੱਸਦੇ ਨੇ, ਉਹਦਾ ਲਾਸਟ ਵਿੱਚ ਕੀ ਕਰਨਾ ਚਾਹੀਦਾ ਉਹ ਵੀ ਤਰੀਕਾ ਵੀ ਦੱਸਦੇ ਨੇ। ਤੇ ਇਹੀ ਤਰੀਕਾ ਦੱਸਿਆ ਜਿਹੜਾ ਤੁਸੀਂ ਕਰ ਰਹੇ ਹੋ। ਨਿਤਾ ਪ੍ਰਤੀ ਸੰਗਤ ਕਰੋ, ਨਿਤ ਗੁਰੂ ਦੀ ਬਾਣੀ ਪੜ੍ਹੋ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਮੇਰੀਆਂ ਭੁੱਲਾਂ